सो वी आर बैक विद अ न्यू टॉपिक दैट इज़ द मैटर। ਅੱਜ ਆਪਾਂ ਮੈਟਰ ਬਾਰੇ ਡਿਸਕਸ ਕਰਾਂਗੇ ਕਿ ਮੈਟਰ ਕੀ ਚੀਜ਼ ਹੁੰਦੀ ਹੈ, ਇਹਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਜਿਹੜੇ ਹੈਗੇ ਉਹ ਪ੍ਰੈਜ਼ੈਂਟ ਹੁੰਦੇ ਹੈ, ਇਹਦੀ ਕਲਾਸੀਫਿਕੇਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ, ਤੇ ਇਹਨੂੰ ਆਪਾਂ ਕਿਸ ਕਿਸ ਫਾਰਮ ਦੇ ਵਿੱਚ ਪੜ੍ਹਦੇ ਹਾਂ ਉਹ ਅੱਜ ਆਪਾਂ ਸਾਰਾ ਇੱਥੇ ਇਹਦੇ ਬਾਰੇ ਡਿਸਕਸ ਕਰਾਂਗੇ। ਅੰਡਰਸਟੂਡ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੇਟਾ ਮੈਟਰ ਦੀ ਕਿ ਮੈਟਰ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ। ਆਪਾਂ ਨੂੰ ਕਿਹੜੀ ਚੀਜ਼ ਨੂੰ ਦੇਖ ਕੇ ਕਿਸੇ ਵੀ ਚੀਜ਼ ਨੂੰ ਅਗਰ ਆਪਾਂ ਦੇਖਦੇ ਹਾਂ ਤਾਂ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਉਹ ਮੈਟਰ ਹੈ, ਠੀਕ ਹੈ। ਤਾਂ ਮੈਟਰ ਜਿਹੜੀ ਚੀਜ਼ ਹੁੰਦੀ ਹੈ that is anything that occupies space and has mass। ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਜਗ੍ਹਾ ਘੇਰਦੀ ਹੋਵੇ ਤੇ ਜਿਹਦਾ ਮਾਸ ਹੋਵੇ that is known as the matter। ਉਹਨੂੰ ਆਪਾਂ ਕੀ ਕਹਿੰਦੇ ਆਗੇ, ਮੈਟਰ ਕਹਿੰਦੇ ਆ। ਅੰਡਰਸਟੂਡ, ਠੀਕ ਹੈ। ਤਾਂ ਮੈਟਰ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ, anything that occupy space and has mass is known as matter। understood। ਹੁਣ ਇਸ ਮੈਟਰ ਦੀ ਕਿਹੜੀ ਕਿਹੜੀ ਫਾਰਮ ਹੈ ਜਿਹੜੀ ਆਪਾਂ ਆਪਦੀ ਡੇਲੀ ਲਾਈਫ ਦੇ ਵਿੱਚ ਜਿਹਦੇ ਨਾਲ ਡੀਲ ਕਰਦੇ ਆ ਤੇ ਉਹਨੂੰ ਕਿਹੜੀ ਕਿਹੜੀ ਫਾਰਮ ਦੇ ਵਿੱਚ ਪੜ੍ਹਦੇ ਆ, ਠੀਕ ਹੈ। ਤਾਂ ਬੇਸਿਕਲੀ ਬੇਟਾ ਜਿਹੜਾ ਮੈਟਰ ਹੁੰਦਾ ਹੈ ਇਹਨੂੰ ਦੋ ਤਰ੍ਹਾਂ ਦੀ ਕਲਾਸ ਦੇ ਵਿੱਚ ਕੈਟਾਗਰਾਈਜ਼ ਕੀਤਾ ਗਿਆ ਹੈ। ਪਹਿਲੀ ਜਿਹੜੀ ਕਲਾਸ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਪਿਓਰ ਸਬਸਟੈਂਸ, ਤੇ ਜਿਹੜੀ ਦੂਸਰੀ ਕੈਟਾਗਰੀ ਹੁੰਦੀ ਆ ਉਹਨੂੰ ਕਹਿ ਦਿੰਦੇ ਆ ਆਪਾਂ ਮਿਕਸਚਰ, ਠੀਕ ਹੈ ਜੀ। ਪਿਓਰ ਸਬਸਟੈਂਸ ਤੇ ਮਿਕਸਚਰ ਜਿਹੜੇ ਹੈਗੇ ਆ ਇਹ ਇੱਕ ਮੈਟਰ ਦੀ ਬੇਸਿਕ ਕਲਾਸੀਫਿਕੇਸ਼ਨ ਹੈ। ਇਹਨੂੰ ਆਪਾਂ ਫਰਦਰ ਪਿਓਰ ਸਬਸਟੈਂਸ ਨੂੰ ਕਿੰਨੇ ਤਰ੍ਹਾਂ ਚ ਕੈਟਾਗਰਾਈਜ਼ ਕਰ ਸਕਦੇ ਹਾਂ ਉਹ ਇੱਕ ਡਿਫਰੈਂਟ ਕਨਸੈਪਟ ਹੈ। ਮਿਕਸਚਰ ਨੂੰ ਆਪਾਂ ਕਿੰਨੇ ਤਰ੍ਹਾਂ ਚ ਕੈਟਾਗਰਾਈਜ਼ ਕਰ ਸਕਦੇ ਹਾਂ ਉਹ ਇੱਕ ਡਿਫਰੈਂਟ ਕਨਸੈਪਟ ਹੈ। ਸੋ ਅਗਰ ਤੁਹਾਨੂੰ ਪੁੱਛਿਆ ਜਾਵੇ ਬੇਸਿਕਲੀ ਜਿਹੜਾ ਮੈਟਰ ਹੈ ਉਹ ਕਿੰਨੇ ਤਰ੍ਹਾਂ ਦੀ ਕਲਾਸੀਫਿਕੇਸ਼ਨ ਦੇ ਵਿੱਚ ਲਾਈ ਕਰਦਾ ਹੈ ਤਾਂ ਇਟ ਲਾਈਜ਼ ਇਨ ਦ ਟੂ ਟਾਈਪਸ ਆਫ ਕੈਟਾਗਰੀ, ਠੀਕ ਹੈ। ਦੋ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਇਹ ਲਾਈ ਕਰਦਾ ਹੈ। ਇੱਕ ਨੂੰ ਆਪਾਂ ਪਿਓਰ ਸਬਸਟੈਂਸ ਦੀ ਕੈਟਾਗਰੀ ਕਹਿੰਦੇ ਆ ਤੇ ਦੂਸਰੇ ਨੂੰ ਆਪਾਂ ਮਿਕਸਚਰ ਦੀ ਕੈਟਾਗਰੀ ਦੇ ਵਿੱਚ ਰੱਖਦੇ ਆ, ਠੀਕ ਹੈ। ਹੁਣ ਪਿਓਰ ਸਬਸਟੈਂਸ ਤੋਂ ਮਤਲਬ ਕੀ ਹੁੰਦਾ ਹੈ? ਪਿਓਰ ਸਬਸਟੈਂਸ ਤੋਂ ਮਤਲਬ ਅਗਰ ਆਪਾਂ ਕਿਸੇ ਵੀ ਲੇਮੈਨ ਨੂੰ ਕਹਾਂਗੇ ਜਿਹਦਾ ਕੈਮਿਸਟਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹਦਾ ਸਾਇੰਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨੂੰ ਆਪਾਂ ਜੇਕਰ ਪਿਓਰ ਸਬਸਟੈਂਸ ਕਹਾਂਗੇ ਤਾਂ ਪਿਓਰ ਸਬਸਟੈਂਸ ਦਾ ਮਤਲਬ ਹੁੰਦਾ ਰਾਜੇ ਕੋਈ ਇਦਾਂ ਦਾ ਸਬਸਟੈਂਸ ਜਿਹਦੇ ਵਿੱਚ ਕੋਈ ਇੰਪਿਓਰਿਟੀ ਨਾ ਹੋਵੇ। ਇੰਪਿਓਰਿਟੀ ਨਾ ਹੋਣ ਦਾ ਮਤਲਬ ਕੀ ਹੁੰਦਾ ਹੈ ਕਿ ਉਹਦੇ ਵਿੱਚ ਜਿਹੜੀ ਚੀਜ਼ ਨਾਲ ਆਪਾਂ ਡੀਲ ਕਰ ਰਹੇ ਹਾਂ ਸਾਰੀ ਦੀ ਸਾਰੀ ਚੀਜ਼ ਕੀ ਹੋਵੇ, ਉਹੀ ਹੋਵੇ। ਫੋਰ ਐਗਜ਼ਾਮਪਲ ਆਪਾਂ ਮੰਨ ਲਓ ਆਪਣੇ ਕੋਲੇ ਕੀ ਹੈ, ਇੱਕ ਸੈਂਪਲ ਹੈ ਸੋਡੀਅਮ ਦਾ, ਠੀਕ ਹੈ ਜੀ। ਉਸ ਸੋਡੀਅਮ ਦੇ ਸੈਂਪਲ ਦੇ ਵਿੱਚ ਸਾਰੇ ਦਾ ਸਾਰਾ ਕੀ ਪ੍ਰੈਜ਼ੈਂਟ ਹੈ, ਸੋਡੀਅਮ ਹੈ। that means sodium would be considered as the pure substance। understood। similarly ਅਗਰ ਆਪਾਂ ਗੱਲ ਕਰੀਏ ਬੇਟਾ ਆਪਣੇ ਕੋਲੇ ਸਲਫਿਊਰਿਕ ਐਸਿਡ ਹੈ ਤਾਂ ਸਲਫਿਊਰਿਕ ਐਸਿਡ ਵੀ ਕਿਸ ਕੈਟਾਗਰੀ ਚ ਆਊਗਾ, ਪਿਓਰ ਸਬਸਟੈਂਸ ਦੀ ਕੈਟਾਗਰੀ ਚ ਆਊਗਾ। ਕਿਉਂ? ਕਿਉਂਕਿ ਇਹਦੇ ਵਿੱਚ ਅਗਰ ਆਪਾਂ ਸਲਫਿਊਰਿਕ ਐਸਿਡ ਨੂੰ ਲੈਂਦੇ ਆ ਤਾਂ ਸਲਫਿਊਰਿਕ ਐਸਿਡ ਦੇ ਵਿੱਚ ਸਾਰੇ ਦਾ ਸਾਰਾ ਕੀ ਹੋਊਗਾ, ਸਲਫਿਊਰਿਕ ਐਸਿਡ ਹੋਊਗਾ। ਅੰਡਰਸਟੂਡ। ਤਾਂ ਇਹਦੇ ਵਿੱਚ ਹਰ ਇੱਕ ਮੋਲੀਕਿਊਲ ਕਿਹਦਾ ਹੋਊਗਾ, ਸਲਫਿਊਰਿਕ ਐਸਿਡ ਦਾ ਹੋਊਗਾ। ਇਹਦੇ ਵਿੱਚ ਹਰ ਇੱਕ ਐਟਮ ਕਿਹਦਾ ਹੋਊਗਾ, ਸੋਡੀਅਮ ਦਾ ਹੋਊਗਾ। ਸੋ ਪਿਓਰ ਸਬਸਟੈਂਸ ਨੂੰ ਆਪਾਂ ਫਰਦਰ ਦੋ ਤਰ੍ਹਾਂ ਨਾਲ ਕੈਟਾਗਰਾਈਜ਼ ਕਰਦੇ ਹਾਂ। ਉਹ ਕਿਹੜੀਆਂ ਦੋ ਟਾਈਪਸ ਨੇ? ਪਹਿਲੀ ਹੈਗੀ ਹੈ ਬੇਟਾ ਐਲੀਮੈਂਟਸ ਤੇ ਦੂਸਰੀ ਹੈਗੀ ਹੈ ਕੰਪਾਊਂਡਸ, ਠੀਕ ਹੈ ਜੀ। ਪਹਿਲੀ ਕੈਟਾਗਰੀ ਜਿਹੜੀ ਹੈਗੀ ਹੈ that is the element and ਦੂਸਰੀ ਕੈਟਾਗਰੀ is the compounds। ਹੁਣ ਐਲੀਮੈਂਟਸ ਤੇ ਕੰਪਾਊਂਡਸ ਬਾਰੇ ਆਲਰੇਡੀ ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਦੱਸ ਚੁੱਕੇ ਆ। ਅਗਰ ਕਿਸੇ ਨੇ ਪ੍ਰੀਵੀਅਸ ਲੈਕਚਰ ਦੇ ਵਿੱਚ ਉਹ ਨਹੀਂ ਸੁਣਿਆ ਹੈ ਤਾਂ ਤੁਸੀਂ ਇੱਕ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਫਸਟ ਲੈਕਚਰ ਦੀ ਵੀਡੀਓ ਜਿਹੜੀ ਹੈ that is all about the atoms and elements and molecules and compounds। understood। ਅਗਰ ਕਿਸੇ ਨੇ ਉਹ ਨਹੀਂ ਦੇਖੀ ਹੈ ਤਾਂ ਪਲੀਜ਼ ਡੂ ਵਾਚ ਦੈਟ ਵੀਡੀਓ ਤਾਂ ਕਿ ਤੁਹਾਡਾ ਇੱਕ ਬੇਸਿਕ ਕਨਸੈਪਟ ਕਲੀਅਰ ਹੋ ਸਕੇ ਕਿ ਐਲੀਮੈਂਟਸ ਕੀ ਹੁੰਦੇ ਨੇ ਤੇ ਕੰਪਾਊਂਡਸ ਕੀ ਹੁੰਦੇ ਨੇ, ਠੀਕ ਹੈ ਬੇਟਾ। ਤਾਂ ਪਿਓਰ ਸਬਸਟੈਂਸਸ ਜਿਹੜੇ ਹੈਗੇ ਨੇ ਦੇ ਆਰ ਕੈਟਾਗਰਾਈਜ਼ਡ ਇਨਟੂ ਟੂ ਕੈਟਾਗਰੀਜ਼। ਫਰਸਟ ਇਜ਼ ਦ ਐਲੀਮੈਂਟ ਐਂਡ ਸੈਕੰਡ ਇਜ਼ ਦ ਕੰਪਾਊਂਡ। ਮਿਕਸਚਰ ਜਿਹੜੇ ਹੁੰਦੇ ਆ ਬੇਟਾ, ਮਿਕਸਚਰ ਆਰ ਆਲਵੇਜ਼ ਕੰਸੀਡਰਡ ਐਜ਼ ਦ ਇੰਪਿਓਰ ਸਬਸਟੈਂਸ। ਕਿਉਂ ਹੁੰਦੀ ਆ ਉਹ ਇੰਪਿਓਰ ਸਬਸਟੈਂਸ? ਕਿਉਂਕਿ ਮਿਕਸਚਰ ਦੇ ਵਿੱਚ ਜਿਹੜੀ ਚੀਜ਼ ਮਿਕਸ ਹੋ ਗਈ ਤਾਂ ਉਸ ਮਿਕਸਚਰ ਦੇ ਵਿੱਚ ਕੁਝ ਵੀ ਪ੍ਰੈਜ਼ੈਂਟ ਹੋ ਸਕਦਾ, ਠੀਕ ਹੈ। ਤੇ ਕੁਝ ਵੀ ਪ੍ਰੈਜ਼ੈਂਟ ਹੋ ਸਕਦਾ ਤੇ ਕਿਸੇ ਵੀ ਰੇਸ਼ੋ ਦੇ ਵਿੱਚ ਜਾਂ ਕਿਸੇ ਵੀ ਕੁਆਂਟੀਟੀ ਦੇ ਵਿੱਚ ਪ੍ਰੈਜ਼ੈਂਟ ਹੋ ਸਕਦਾ ਹੈ। ਅੰਡਰਸਟੂਡ, ਠੀਕ ਹੈ। ਤਾਂ ਮਿਕਸਚਰ ਜਿਹੜਾ ਹੈਗਾ ਉਹ ਫਰਦਰ ਦੋ ਤਰ੍ਹਾਂ ਦਾ ਹੁੰਦਾ ਹੈ। ਕਿਹੜੇ ਕਿਹੜੀ ਟਾਈਪ ਦਾ ਮਿਕਸਚਰ ਹੋਊਗਾ? ਦ ਫਰਸਟ ਵਨ ਇਜ਼ ਦ homogeneous mixture and second one is the
heterogeneous mixture. Homogeneous and heterogeneous are two types of the mixtures. ਇਹ ਦੋ ਤਰ੍ਹਾਂ ਦੇ mixtures ਹੁੰਦੇ ਨੇ, ਠੀਕ ਹੈ। ਹੁਣ ਆਪਾਂ back to the elements and compounds, ਆਪਾਂ pure substance ਤੇ mixture ਨੂੰ ਵੀ further ਦੋ types ਦੇ ਵਿੱਚ classify ਕਰਤਾ, mixture ਨੂੰ ਵੀ ਆਪਾਂ further ਦੋ types ਦੇ ਵਿੱਚ classify ਕਰਤਾ, understood? Now coming back to the elements, ਹੁਣ ਜਿਹੜੇ elements ਹੁੰਦੇ ਨੇ ਬੇਟਾ ਇਹ ਵੀ ਇੱਕ ਹੈ ਤਾਂ ਮੈਟਰ ਹੀ ਹੈ। ਇਹ ਸਾਰੇ ਦਾ ਸਾਰਾ ਜਿਹੜਾ ਆਪਾਂ ਇੱਥੇ ਅੱਜ ਡਿਸਕਸ ਕਰਾਂਗੇ ਇਟ ਇਜ਼ ਆਲ ਪਾਰਟ ਆਫ ਦਾ ਮੈਟਰ, ਠੀਕ ਹੈ। ਇਹ ਸਾਰੇ ਦਾ ਸਾਰਾ ਮੈਟਰ ਦਾ ਪਾਰਟ ਹੈ। ਇਹਨੂੰ ਅਲੱਗ-ਅਲੱਗ ਆਪਾਂ ਕੈਟਾਗਰੀਜ਼ ਦੇਤੀਆਂ, ਅਲੱਗ-ਅਲੱਗ ਨੇਮਸ ਦੇਤੇ ਤੇ ਉਹਨਾਂ ਨੂੰ ਅਲੱਗ-ਅਲੱਗ ਹੀ ਸਟੱਡੀ ਕੀਤਾ ਜਾਂਦਾ, ਠੀਕ ਹੈ। ਹੁਣ ਜਿਹੜੇ ਐਲੀਮੈਂਟਸ ਹੁੰਦੇ ਨੇ ਦੇ ਆਰ ਫਰਦਰ ਆਫ 3 ਟਾਈਪਸ। ਪਹਿਲੇ ਕਿਹੜੇ ਹੁੰਦੇ ਆ ਬੇਟਾ ਮੈਟਲਸ, ਦੂਸਰੇ ਹੁੰਦੇ ਨੇ ਨॉन ਮੈਟਲਸ ਤੇ ਤੀਸਰੇ ਹੁੰਦੇ ਨੇ ਮੈਟਲੋਇਡਸ, ठीक है। The first classification of element is metals, second one is the non-metals and third one is the metalloids, understood, ठीक है। ਜਿਹੜੇ ਮੈਟਲਸ ਹੁੰਦੇ ਨੇ, ਨॉन ਮੈਟਲਸ ਹੁੰਦੇ ਨੇ, ਮੈਟਲੋਇਡਸ ਹੁੰਦੇ ਨੇ, ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੈ, ਇਹਨਾਂ ਦੀ ਜਿਹੜੀ ਪਹਿਚਾਨ ਹੈ ਉਹ ਆਪਾਂ ਬਹੁਤ ਛੋਟੀਆਂ ਕਲਾਸਿਸ ਤੋਂ ਪੜ੍ਹਨ ਲੱਗ ਜੰਨੇ ਆ। ਅਕੋਰਡਿੰਗ ਟੂ ਮੀ ਇਹ ਸਾਰਿਆਂ ਨੂੰ ਪਤਾ ਹੋਊਗਾ ਕਿ ਮੈਟਲਸ ਕੀ ਹੁੰਦੀਆਂ ਨੇ, ਜਿਹੜੀਆਂ ਕਿ ਲਸਟਰਸ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਸ਼ਾਈਨ ਹੁੰਦੀ ਹੈ, ਜਿਹੜੀਆਂ ਸੋਨਰਸ ਹੁੰਦੀਆਂ ਨੇ, ਜਿਹੜੇ ਸਾਊਂਡ ਪ੍ਰੋਡਿਊਸ ਕਰਦੇ ਆ, ਠੀਕ ਹੈ। ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰਿਸਿਟੀ ਹੁੰਦੀਆਂ ਨੇ। ਹੋਰ ਤੁਸੀਂ ਕੀ ਕਹਿ ਸਕਦੇ ਹੋ, ਡਕਟਾਈਲ ਹੁੰਦੀਆਂ ਨੇ, ਬ੍ਰਿਟਲ ਹੁੰਦੀਆਂ ਨੇ, ਠੀਕ। ਤਾਂ ਇਹ ਬੇਸਿਕ ਜੀਆਂ ਪ੍ਰੋਪਰਟੀਜ਼ ਨੇ ਮੈਟਲਸ ਦੀਆਂ, ਉਹਨਾਂ ਦੀ ਪਹਿਚਾਨ ਕਰਨ ਵਾਸਤੇ ਇੱਥੇ ਆਪਾਂ ਐਗਜ਼ਾਮਪਲਸ ਲਿਖ ਸਕਦੇ ਹਾਂ। ਮੈਟਲ ਜਿਹੜੀ ਹੈਗੀ ਆ ਉਹ ਕਿਹੜੀ ਹੋ ਸਕਦੀ ਹੈ, ਗੋਲਡ, ਸਿਲਵਰ, ਪਲੈਟੀਨਮ, सोडियम, पोटेशियम, कैल्शियम, ठीक है, लिथियम, एल्यूमिनियम, बहुत सारियां ने एंड सो ऑन, आयरन, जिंक, कॉपर, ठीक है, कॉपर, निकल, ये सारे दे सारे की ने अपने कोले मैटल्स ने बेटा, ठीक है। नैक्सट आ गया नॉन मैटल्स। नॉन मैटल्स दी प्रॉपर्टीज भी तुहानू पता ने, तां जिहड़े अपने कोले ਮੈਟਲਸ ਤੋਂ ਉਲਟ ਪ੍ਰੋਪਰਟੀ ਸ਼ੋ ਕਰਦੇ ਨੇ ਉਹਨਾਂ ਨੂੰ ਨॉन ਮੈਟਲਸ ਕਹਿੰਦੇ ਆਪਾਂ। ਤਾਂ ਨॉन ਮੈਟਲਸ ਦੇ ਵਿੱਚ ਕਿਹੜੇ ਕਿਹੜੇ ਆ ਗਏ, ਜਿਵੇਂ ਕਿ ਫਲੋਰੀਨ, ਆਕਸੀਜਨ, ਕਾਰਬਨ, ਨਾਈਟ੍ਰੋਜਨ, ਹੀਲੀਅਮ, ਹਾਈਡਰੋਜਨ, ਨੀਓਨ, ਠੀਕ ਹੈ। ਇਹ ਸਾਰੇ ਦੇ ਸਾਰੇ ਕੀ ਹੋ ਗਏ, ਨॉन ਮੈਟਲਸ ਹੋ ਗਏ, ਅੰਡਰਸਟੂਡ। ਮੈਟਲੋਇਡਸ ਕੀ ਹੁੰਦੇ ਨੇ, ਮੈਟਲੋਇਡਸ ਉਹ ਸਬਸਟੈਂਸ ਹੁੰਦੇ ਆ ਜਾਂ ਉਹ ਐਲੀਮੈਂਟਸ ਹੁੰਦੇ ਆ ਬੇਟਾ ਜਿਹੜੇ ਦੋਨਾਂ ਦੀਆਂ ਪ੍ਰੋਪਰਟੀਜ਼ ਨੂੰ ਸ਼ੋ ਕਰਦੇ ਆ। ਤਾਂ ਇੱਥੇ ਕੁਝ ਇਹ ਜਿਹੜਾ ਪੇਪਰ ਦੇ ਵਿੱਚ ਕੁਐਸਚਨ ਹੈ ਉਹ ਮੈਟਲੋਇਡਸ ਚੋਂ ਆ ਸਕਦਾ ਹੈ, ਤੁਹਾਨੂੰ ਚਾਹੇ ਮੈਟਲ ਚੋਂ ਨਾ ਪੁੱਛਣ, ਨॉन ਮੈਟਲਸ ਚੋਂ ਨਾ ਪੁੱਛਣ, ਇਹਨੂੰ ਥੋੜਾ ਜਿਹਾ ਈਜ਼ੀ ਕਨਸੈਪਟ ਸਮਝਿਆ ਜਾਂਦਾ ਹੈ। ਬਟ ਜਿਹੜਾ ਮੈਟਲੋਇਡ ਦਾ ਕਨਸੈਪਟ ਹੈ ਦੈਟ ਇਜ਼ ਦਾ ਇੰਪੋਰਟੈਂਟ ਕਨਸੈਪਟ। ਆਪਾਂ ਨੂੰ ਮੈਟਲੋਇਡ ਦੀ ਡੈਫੀਨੇਸ਼ਨ ਜ਼ਰੂਰ ਆਉਂਦੀ ਹੁੰਦੀ ਹੈ ਬਟ ਆਪਾਂ ਨੂੰ ਉਹਦੀ ਐਗਜ਼ਾਮਪਲ ਨਹੀਂ ਆਉਂਦੀ ਹੁੰਦੀ, ਤੇ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਹੈ ਉਹ ਹਮੇਸ਼ਾ ਐਗਜ਼ਾਮਪਲ ਚੋਂ ਆਉਂਦਾ ਹੈ, ਠੀਕ ਹੈ। ਤਾਂ ਤੁਹਾਨੂੰ 4 ਆਪਸ਼ਨਸ ਦੇ ਦੇਣਗੇ ਤੇ ਪੁੱਛਣਗੇ ਵਿਚ ਆਫ ਦ ਫੋਲੋਇੰਗ ਇਜ਼ ਕੰਸੀਡਰਡ ਐਜ਼ ਦਾ ਮੈਟਲੋਇਡ ਜਾਂ is a metalloid। metalloid basically ਕੀ ਹੁੰਦਾ, ਜਿਹਦੇ ਚ ਮੈਟਲ ਦੀਆਂ ਪ੍ਰੋਪਰਟੀਜ਼ ਵੀ ਹੁੰਦੀਆਂ ਤੇ ਨॉन ਮੈਟਲ ਦੀਆਂ ਪ੍ਰੋਪਰਟੀਜ਼ ਵੀ ਹੁੰਦੀਆਂ। ਇਨ ਦਾ ਫਿਜ਼ਿਕਸ ਯੂ ਆਲਸੋ ਸਟੱਡੀ ਕਿ ਮੈਟਲੋਇਡ ਦੇ ਹਮੇਸ਼ਾ ਕੀ ਬਣਾਏ ਜਾਂਦੇ ਨੇ, ਸੈਮੀ ਕੰਡਕਟਰਸ ਬਣਾਏ ਜਾਂਦੇ ਆ, ਠੀਕ ਹੈ। ਤਾਂ ਮੈਟਲੋਇਡ ਕਿਹੜੇ ਕਿਹੜੇ ਨੇ ਬੇਟਾ, ਇੱਕ ਤਾਂ ਆਰਸੈਨਿਕ ਹੋ ਗਿਆ, ਠੀਕ ਹੈ, ਜਰਮੇਨੀਅਮ ਦੇ ਵੀ ਬਣਦੇ ਆ, ਸਿਲੀਕॉन ਹੋ ਗਿਆ, ਠੀਕ ਹੈ। ਇਹ ਕੁਝ ਇੰਪੋਰਟੈਂਟ ਉਹ ਨੇ। ਆਰਸੈਨਿਕ, ਜਰਮੇਨੀਅਮ, ਸਿਲੀਕॉन, ठीक है। ਨੈਕਸਟ ਆਪਣੇ ਕੋਲੇ ਹੋਰ ਵੀ 2-3 ਹੈਗੀਆਂ ਨੇ, ਤੁਸੀਂ ਆਪਸ਼ਨਸ ਜਿਹੜੀਆਂ ਹੈਗੀਆਂ ਐਗਜ਼ਾਮਪਲਸ ਜੋ ਹੈ ਉਹ ਯਾਦ ਕਰ ਸਕਦੇ ਹੋ। ਥੀਸ ਆਰ ਦਾ ਇੰਪੋਰਟੈਂਟ ਐਗਜ਼ਾਮਪਲਸ ਆਫ ਦਾ ਮੈਟਲੋਇਡਸ, ਠੀਕ ਹੈ। ਬੋਰੋਨ ਨੂੰ ਵੀ ਮੈਟਲੋਇਡ ਦੇ ਵਿੱਚ ਕੰਸੀਡਰ ਕਰ ਲੈਂਦੇ ਆ। ਐਲੂਮੀਨੀਅਮ ਇਜ਼ ਦਾ ਮੈਟਲ ਬਟ ਬੋਰੋਨ ਇਜ਼ ਦਾ ਮੈਟਲੋਇਡ, ਠੀਕ ਹੈ। ਸੋ ਇਹ ਕੁਝ ਐਗਜ਼ਾਮਪਲਸ ਨੇ ਆਪਣੇ ਕੋਲੇ ਜਿਹੜੀਆਂ ਕਿ ਆਪਾਂ ਪੜ੍ਹਦੇ ਹਾਂ। ਨੈਕਸਟ ਆ ਗਿਆ ਬੇਟਾ ਕੰਪਾਊਂਡਸ। ਹੁਣ ਆਪਾਂ ਕੰਪਾਊਂਡਸ ਦੀ ਵੀ ਕੈਟਾਗਰਾਈਜੇਸ਼ਨ ਕਰਦੇ ਆ। ਕੰਪਾਊਂਡਸ ਦੋ ਤਰ੍ਹਾਂ ਦੇ ਹੁੰਦੇ ਨੇ, ਕਿਹੜੇ ਕਿਹੜੇ, ਇੱਕ ਹੁੰਦੇ ਆ ਬੇਟਾ ਆਰਗੈਨਿਕ ਕੰਪਾਊਂਡਸ ਤੇ ਇੱਕ ਹੁੰਦੇ ਨੇ ਇਨਆਰਗੈਨਿਕ ਕੰਪਾਊਂਡਸ। ਆਰਗੈਨਿਕ ਕੰਪਾਊਂਡਸ ਐਂਡ इनऑर्गेनिक कंपाउंड्स, ठीक है।
ਆਰਗੈਨਿਕ ਕੰਪਾਊਂਡਸ ਕਿਹੜੇ ਹੁੰਦੇ ਨੇ ਜਿਹੜੇ ਆਪਾਂ ਨੂੰ ਪਲਾਂਟਸ ਐਂਡ ਐਨੀਮਲਸ ਤੋਂ ਮਿਲਦੇ ਆ, ਠੀਕ ਹੈ। ਜਿੱਦਾਂ ਅੱਜ ਕੱਲ੍ਹ ਬਹੁਤ ਫੇਮਸ ਹੋ ਰਿਹਾ ਆਰਗੈਨਿਕ ਫਾਰਮਿੰਗ, ਠੀਕ ਹੈ। ਆਰਗੈਨਿਕ ਫਾਰਮਿੰਗ ਉਹਦਾ ਬੇਸਿਕਲੀ ਮਤਲਬ ਕੀ ਹੁੰਦਾ ਕਿ ਜਿਹੜਾ ਵਿਦਆਊਟ ਕੈਮੀਕਲਸ ਹੋਵੇ, ਬਿਨਾਂ ਕਿਸੇ ਆਰਟੀਫਿਸ਼ੀਅਲ ਮੈਨਰ ਤੋਂ ਆਪਾਂ ਉਹਨਾਂ ਨੂੰ ਨੈਚੁਰਲੀ ਪ੍ਰੋਡਿਊਸ ਕਰੀਏ, ਠੀਕ ਹੈ। ਤਾਂ ਆਰਗੈਨਿਕ ਕੰਪਾਊਂਡਸ ਹਮੇਸ਼ਾ ਕਿਹੜੇ ਹੁੰਦੇ ਆ ਜਿਹੜੇ ਨੈਚੁਰਲੀ ਐਗਜ਼ਿਸਟ ਕਰਦੇ ਆ ਤੇ ਪਲਾਂਟਸ ਐਂਡ ਐਨੀਮਲਸ ਤੋਂ ਮਿਲਦੇ ਆ, ਠੀਕ ਹੈ। ਫੋਰ ਐਗਜ਼ਾਮਪਲ ਜਿਵੇਂ ਆਪਾਂ ਐਗਜ਼ਾਮਪਲ ਕਰ ਲੈਂਦੇ ਆ ਤਾਂ ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਅਗਰ ਤੁਸੀਂ ਦੇਖਣੀ ਹੈ ਤਾਂ ਦੈਟ ਇਜ਼ ਦਾ ਗਲੂਕੋਜ਼, ਠੀਕ ਹੈ। ਫਰਕਟੋਜ਼ ਨੂੰ ਫਰੂਟ ਸ਼ੂਗਰ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਤਾਂ ਇਹ ਆਪਣੇ ਕੋਲੇ ਬਹੁਤ ਵਧੀਆ ਐਗਜ਼ਾਮਪਲਸ ਨੇ। ਨੈਕਸਟ ਆ ਗਿਆ ਇਨਆਰਗੈਨਿਕ ਕੰਪਾਊਂਡਸ। ਇਨਆਰਗੈਨਿਕ ਕੰਪਾਊਂਡਸ ਉਹ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਮਿਨਰਲਸ ਤੋਂ ਮਿਲਦੇ ਆ, ਠੀਕ ਹੈ, ਜਿਹੜੇ ਆਰਟੀਫਿਸ਼ੀਅਲੀ ਬਣਾਏ ਜਾਂਦੇ ਨੇ। ਜਿਵੇਂ ਆਪਾਂ ਬਹੁਤ ਸਾਰੇ ਇਨਆਰਗੈਨਿਕ ਕੰਪਾਊਂਡ ਸਟੱਡੀ ਕਰਦੇ ਆ, ਆਪਦੀ ਡੇਲੀ ਲਾਈਫ ਦੇ ਵਿੱਚ ਡੀਲ ਕਰਦੇ ਆ। ਨਮਕ ਤੋਂ ਬਿਨਾ ਆਪਣੀ ਲਾਈਫ ਜਿਹੜੀ ਹੈਗੀ ਉਹ ਇਨਕੰਪਲੀਟ ਹੈ, ਸੋ NaCl ਇਜ਼ ਐਨ ਇਨਆਰਗੈਨਿਕ ਕੰਪਾਊਂਡ, ਠੀਕ ਹੈ। ਸਲਫਿਊਰਿਕ ਐਸਿਡ, ਹਾਈਡਰੋਕਲੋਰਿਕ ਐਸਿਡ HCl, ਸੋਡੀਅਮ ਹਾਈਡਰੋਕਸਾਈਡ NaOH, ਕਾਰਬਨ ਡਾਈਆਕਸਾਈਡ CO2। ਤਾਂ ਇਹ ਸਾਰੇ ਦੇ ਸਾਰੇ ਜਿਹੜੇ ਕੰਪਾਊਂਡਸ ਨੇ ਬੇਟਾ these are the inorganic compounds, ਅੰਡਰਸਟੂਡ, ਠੀਕ ਹੈ, ਜਿਹੜੇ ਕਿ ਮਿਨਰਲਸ ਤੋਂ ਬਣਦੇ ਆ, ਅੰਡਰਸਟੂਡ। ਤਾਂ ਇਹਨੂੰ ਆਪਾਂ ਕਾਰਬਨ ਡਾਈਆਕਸਾਈਡ ਨੂੰ ਇਹਦੇ 'ਚ ਜੇ ਨਾ ਕੰਸੀਡਰ ਕਰਾਂਗੇ ਤਾਂ ਵੀ ਚੱਲੂਗਾ ਕਿਉਂਕਿ ਇਹ ਗੈਸੀਅਸ ਫਾਰਮ ਹੈ ਤੇ ਨੇਚਰ ਦੇ ਵਿੱਚ ਐਗਜ਼ਿਸਟ ਕਰਦੀ ਹੈ, ਗॉट इट। ਸੋ these are some examples of the inorganic compounds। ਨੈਕਸਟ ਆ ਗਿਆ ਬੇਟਾ ਕਮਿੰਗ ਬੈਕ ਟੂ ਦਾ ਕੈਟਾਗਰੀ ਆਫ ਦਾ ਮਿਕਸਚਰਸ। ਮਿਕਸਚਰ ਜਿਹੜੇ ਹੈਗੇ ਉਹ ਦੋ ਤਰ੍ਹਾਂ ਦੇ ਹੁੰਦੇ ਆ, ਕਿਹੜੇ ਕਿਹੜੇ? ਇੱਕ ਹੁੰਦੇ ਨੇ ਹੋਮੋਜੀਨੀਅਸ ਤੇ ਦੂਸਰੇ ਹੁੰਦੇ ਆ ਹੈਟਰੋਜੀਨੀਅਸ। ਹੋਮੋਜੀਨੀਅਸ ਮਿਕਸਚਰ ਕਿਹੜੇ ਹੁੰਦੇ ਆ? ਜਿਨ੍ਹਾਂ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਕੀ ਹੁੰਦੀ ਹੈ? ਯੂਨੀਫਾਰਮ ਹੁੰਦੀ ਹੈ। ਲੈਟ ਮੀ ਟੇਕ ਸਮ ਅਦਰ ਕਲਰ ਪੈਨ, ਓਕੇ ਚਲੋ ਬਲੂ ਨਾਲ ਲਿਖਦੇ, ਠੀਕ ਹੈ ਜੀ। ਤਾਂ ਹੋਮੋਜੀਨੀਅਸ ਮਿਕਸਚਰ ਕਿਹੜੇ ਹੁੰਦੇ ਆ ਬੇਟਾ? ਜਿਨ੍ਹਾਂ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਕੀ ਹੁੰਦੀ ਹੈ? यूनिफॉर्म composition throughout the mixture। I think it will not be visible, थोड़ी जी रिफ्लेक्शन पाऊगी यदि तो ਆਪਾਂ ब्लैक ਨਾਲ ਹੀ ਲਿਖਦੇ ਹਾਂ, ਠੀਕ ਹੈ ਬੇਟਾ। ਤਾਂ यूनिफॉर्म composition ਦਾ ਮਤਲਬ ਕੀ ਹੁੰਦਾ ਹੈ? ਕੋਈ ਵੀ ਹੋਮੋਜੀਨੀਅਸ ਮਿਕਸਚਰ ਹੈ ਜਿਹਦੀ ਕਿ यूनिफॉर्म composition ਹੋਵੇ, ਉਹਦਾ ਮਤਲਬ ਕੀ ਹੁੰਦਾ ਹੈ ਕਿ ਅਗਰ ਆਪਾਂ ਮੰਨ ਲਓ ਪਾਣੀ ਦੇ ਵਿੱਚ ਨਮਕ ਨੂੰ ਡਿਸੋਲਵ ਕਰਤਾ, यूनिफॉर्म composition, ਠੀਕ ਹੈ। ਥਰੂ ਆਊਟ ਦਾ ਮਿਕਸਚਰ, ਥਰੂ ਆਊਟ ਦਾ ਮਿਕਸਚਰ ਦਾ ਮਤਲਬ ਕੀ ਹੈ? ਮੰਨ ਲਓ ਵੀ ਹੈਵ 1 ਗਲਾਸ ਆਫ ਵਾਟਰ, ਆਪਣੇ ਕੋਲੇ 1 ਗਲਾਸ ਪਾਣੀ ਦਾ ਹੈ, ਉਹਦੇ ਵਿੱਚ ਆਪਾਂ 1 ਟੇਬਲ ਸਪੂਨ ਜਿਹੜਾ ਹੈਗਾ ਉਹ ਨਮਕ ਦਾ ਡਿਸੋਲਵ ਕਰਤਾ, NaCl ਡਿਸੋਲਵ ਕਰਤਾ, ਠੀਕ ਹੈ। ਹੁਣ ਜਦੋਂ NaCl ਨੂੰ ਤੁਸੀਂ ਡਿਸੋਲਵ ਕਰੋਗੇ ਦੈਨ ਵਾਟ ਵਿਲ ਯੂ ਸੀ? ਤੁਸੀਂ ਉਸ ਪਾਣੀ ਨੂੰ ਕਿਤੋਂ ਵੀ ਟੇਸਟ ਕਰੋ, ਉਸ ਪਾਣੀ ਦੇ ਪੋਰਸ਼ਨ ਨੂੰ ਕਿਸੇ ਵੀ ਪੋਰਸ਼ਨ ਨੂੰ ਲੈ ਕੇ ਟੇਸਟ ਕਰੋ, ਯੂ ਵਿਲ ਗੈਟ ਦਾ ਸੇਮ ਟੇਸਟ। ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਉਹ ਸਾਲਟ ਹੈ ਉਹ ਯੂਨੀਫਾਰਮਲੀ ਡਿਸਟ੍ਰੀਬਿਊਟਡ ਹੈ ਇਨਟੂ ਦਾ ਵਾਟਰ, ਠੀਕ ਹੈ। ਤੇ ਉਹਨੂੰ ਆਪਾਂ ਕਹਿੰਦੇ ਆ यूनिफॉर्म कंपोजिशन ਥਰੂ ਆਊਟ ਦਾ ਮਿਕਸਚਰ, ਕਿ ਤੁਸੀਂ ਕਿਤੋਂ ਵੀ ਲੈ ਲਓ ਤੁਹਾਨੂੰ ਸੇਮ ਟੇਸਟ ਮਿਲੂਗਾ, ਸੇਮ ਰੇਸ਼ੋ ਮਿਲੂਗੀ, ਸੇਮ ਕੰਸੈਂਟ੍ਰੇਸ਼ਨ ਮਿਲੂਗੀ। ਦਿਸ ਇਜ਼ ਨੋਨ ਐਜ਼ ਦਾ ਹੋਮੋਜੀਨੀਅਸ ਮਿਕਸਚਰ। ਬਟ ਹੈਟਰੋਜੀਨੀਅਸ ਦੇ ਕੇਸ ਦੇ ਵਿੱਚ ਕੀ ਹੁੰਦਾ ਬੇਟਾ ਕਿ ਨॉन यूनिफॉर्म कंपोजिशन ਹੁੰਦੀ ਹੈ, नॉन यूनिफॉर्म कंपोजिशन, ठीक है। नॉन यूनिफॉर्म कंपोजिशन ਦਾ ਮਤਲਬ ਕੀ ਹੁੰਦਾ ਹੈ ਕਿ ਅਗਰ ਤੁਸੀਂ ਪਾਣੀ ਦੇ ਵਿੱਚ ਮਿੱਟੀ ਘੋਲ ਦੋਗੇ ਤਾਂ ਤੁਸੀਂ ਕੀ ਦੇਖੋਗੇ ਕਿ ਜਿਹੜਾ ਮਿੱਟੀ ਹੈ ਉਹ ਜਿਹੜੀ ਅਨਡਿਸੋਲਵਡ ਮਿੱਟੀ ਹੈ ਉਹ ਨੀਚੇ ਬੈਠ ਜੂਗੀ ਤੇ ਜਿਹੜਾ ਉੱਪਰ ਵਾਲਾ ਪਾਣੀ ਹੈ ਉਹ ਕੀ ਹੋ ਜਾਊਗਾ? ਮੈਲਾ ਹੋ ਜਾਊਗਾ ਜਾਂ ਗੰਦਾ ਹੋ ਜਾਊਗਾ, ਬਟ ਉਹਦੇ ਵਿੱਚ ਵੀ ਮਿੱਟੀ ਦੇ ਕਣ ਹੋਣਗੇ। ਹੁਣ ਜੇ ਤੁਸੀਂ ਉੱਪਰਲਾ ਪਾਣੀ ਦੇਖੋਗੇ ਤਾਂ ਉਹਦੇ 'ਚ ਮਿੱਟੀ ਦੀ ਜਿਹੜੀ ਕੰਸੈਂਟ੍ਰੇਸ਼ਨ ਉਹ ਘੱਟ ਹੋਊਗੀ, ਬਟ ਨੀਚੇ ਅਗਰ ਤੁਸੀਂ ਬਾਟਮ ਤੇ ਦੇਖੋਗੇ ਤਾਂ ਜਿਹੜੀ ਮਿੱਟੀ ਆ ਉਹ ਜ਼ਿਆਦਾ ਸੈਟਲਡ ਹੋਊਗੀ। ਇਸ ਕਰਕੇ ਉਹਦੀ ਜਿਹੜੀ ਕੰਪੋਜੀਸ਼ਨ ਹੈ ਉਹ ਥਰੂ ਆਊਟ ਦਾ ਮਿਕਸਚਰ ਸੇਮ ਨਹੀਂ ਹੁੰਦੀ। ਤਾਂ ਉਸ ਤਰ੍ਹਾਂ ਦੇ ਮਿਕਸਚਰ ਨੂੰ ਆਪਾਂ ਕੀ ਕਹਿੰਦੇ ਆਗੇ? ਹੈਟਰੋਜੀਨੀਅਸ ਮਿਕਸਚਰ, ਅੰਡਰਸਟੂਡ, ਠੀਕ ਹੈ। ਹੁਣ ਕਈ ਬੱਚਿਆਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਕੰਪਾਊਂਡਸ ਦੇ ਵਿੱਚ ਵੀ ਤਾਂ ਐਲੀਮੈਂਟਸ ਦਾ ਮਿਕਸਚਰ ਹੁੰਦਾ ਤੇ ਇਹਦੇ ਵਿੱਚ ਵੀ ਆਪਾਂ ਦੋ ਚੀਜ਼ਾਂ ਨੂੰ ਮਿਕਸ ਕਰ ਰਹੇ ਹਾਂ, ਤਾਂ ਕੰਪਾਊਂਡ ਜਿਹੜੇ ਹੈਗੇ ਉਹ ਪਿਓਰ ਸਬਸਟੈਂਸ ਦੀ ਕੈਟਾਗਰੀ 'ਚ ਕਿਉਂ ਹੈ ਤੇ ਮਿਕਸਚਰ ਜਿਹੜੇ ਹੈਗੇ ਉਹ ਇੰਪਿਓਰ ਜਾਂ ਫਿਰ ਪਿਓਰ ਸਬਸਟੈਂਸ ਦੀ ਕੈਟਾਗਰੀ 'ਚ ਕਿਉਂ ਨਹੀਂ ਹੈਗੇ? ਜਿਹੜੇ ਕੰਪਾਊਂਡ ਹੁੰਦੇ ਨੇ ਬੇਟਾ, ਕੰਪਾਊਂਡ ਦੇ ਵਿੱਚ ਜਿਵੇਂ ਆਪਾਂ ਸਲਫਿਊਰਿਕ ਐਸਿਡ ਦੀ ਗੱਲ ਕੀਤੀ ਸੀ ਜਾਂ ਵਾਟਰ ਦੀ ਗੱਲ ਕਰਦੇ ਆ, ਤਾਂ ਜਿਹੜੇ ਕੰਪਾਊਂਡਸ ਨੇ ਉਹਨਾਂ ਦੇ ਵਿੱਚ ਜਿਹੜੇ ਐਲੀਮੈਂਟਸ ਹੁੰਦੇ ਆ ਉਹ ਇੱਕ ਫਿਕਸਡ ਰੇਸ਼ੋ ਦੇ ਵਿੱਚ ਜੁੜੇ ਹੁੰਦੇ ਆ ਬਾਏ ਮਾਸ,
ठीक है। ये ਆਪਾਂ ਆਲਰੇਡੀ ਫਸਟ ਲੈਕਚਰ ਦੇ ਵਿੱਚ ਪੜਿਆ ਸੀ ਕਿ ਕੰਪਾਊਂਡਸ ਜਿਹੜੇ ਹੁੰਦੇ ਆ ਇਟ ਇਜ਼ ਦ ਕੰਬੀਨੇਸ਼ਨ ਆਫ ਮੋਰ ਦੈਨ ਟੂ ਐਲੀਮੈਂਟਸ ਵਿਚ ਆਰ ਜੁਆਇੰਟ ਟੁਗੇਦਰ ਬਾय ਦ ਫਿਕਸਡ ਰੇਸ਼ੋ ਮਾਸ। ਠੀਕ ਹੈ, ਮਾਸ ਦੀ ਜਿਹੜੀ ਹੁੰਦੀ ਹੈ ਉਹ ਫਿਕਸਡ ਰੇਸ਼ੋ ਹੁੰਦੀ ਹੈ, ਕੁਝ ਵੀ ਸੋਰਸ ਹੋਵੇ ਉਹਦਾ, ਅੰਡਰਸਟੂਡ। ਤਾਂ ਬਟ ਜਿਹੜਾ ਮਿਕਸਚਰ ਹੁੰਦਾ ਬੇਟਾ, ਮਿਕਸਚਰ ਦੇ ਵਿੱਚ ਇੱਕ ਤੋਂ ਜ਼ਿਆਦਾ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਪਾਂ ਸਿੰਪਲੀ ਮਿਕਸ ਕਰ ਦਿੰਦੇ ਆ। देयर इज नो फिक्स्ड रेशो बाय मास सॉरी और बाय एनीथिंग। ठीक है, ਚਾਹੇ ਆਪਾਂ ਬਾय ਮਾਸ ਦੀ ਗੱਲ ਕਰੀਏ, ਚਾਹੇ ਆਪਾਂ ਕਿਸੇ ਵੀ ਮੀਡੀਅਮ ਨੂੰ ਲੈ ਲਈਏ, ਬਟ ਮਿਕਸਚਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਿੰਪਲੀ ਰੈਂਡਮਲੀ ਮਿਕਸ ਕਰ ਦਿੱਤਾ ਜਾਂਦਾ ਹੈ, ਲੇਕਿਨ ਉਹਦੇ ਵਿੱਚ ਕੋਈ ਵੀ ਫਿਕਸਡ ਰੇਸ਼ੋ ਨਹੀਂ ਹੁੰਦੀ। ਫੋਰ ਐਗਜ਼ਾਮਪਲ ਲੈਟਸ ਟੇਕ ਅ ਵੈਰੀ ਸਿੰਪਲ ਐਗਜ਼ਾਮਪਲ। ਆਪਾਂ ਮੰਨ ਲਓ ਕਿ ਆਪਣੇ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਖਿਚੜੀ ਬਣਦੀ ਹੈ। ਠੀਕ ਹੈ, ਤੇ ਖਿਚੜੀ ਦੇ ਜਿਹੜੇ ਮੇਨ ਇੰਗਰੀਡੀਐਂਟਸ ਨੇ ਉਹ ਕੀ ਹੁੰਦੇ ਆ, ਰਾਈਸ ਤੇ ਦਾਲ। ਠੀਕ ਹੈ, ਹੁਣ ਤੁਸੀਂ ਦਾਲ ਵੱਧ ਪਾ ਲਓ ਜਾਂ ਰਾਈਸ ਵੱਧ ਪਾ ਲਓ ਤਾਂ ਉਹਨੇ ਅਲਟੀਮੇਟਲੀ ਬਣਨਾ ਕੀ ਹੈ, ਖਿਚੜੀ ਹੀ ਬਣਨਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਨਾਮ ਚੇਂਜ ਹੋ ਜਾਊਗਾ ਜੀ ਅਗਰ ਦੋਨਾਂ ਦੀ ਰੇਸ਼ੋ ਨੂੰ ਆਪਾਂ ਚੇਂਜ ਕਰਤਾ। ਤਾਂ ਮਿਕਸਚਰ ਕੀ ਹੁੰਦਾ ਬੇਟਾ, ਮਿਕਸਚਰ ਇਜ਼ ਸਿੰਪਲੀ ਮਿਕਸਿੰਗ ਆਫ ਟੂ ਸਬਸਟੈਂਸਸ ਇਨ ਐਨੀ ਰੇਸ਼ੋ। ਜਦੋਂ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਚੀਜ਼ਾਂ ਨੂੰ ਮਿਕਸ ਕਰਤਾ ਤਾਂ ਇਟ ਵਿਲ ਬਿਕਮ ਅ ਮਿਕਸਚਰ, ਬਟ ਇਟ ਵਿਲ ਨਾਟ ਬਿਕਮ ਅ ਕੰਪਾਊਂਡ ਅੰਟਿਲ ਇਟ ਹੈਜ਼ ਦ ਫਿਕਸਡ ਰੇਸ਼ੋ ਬਾय ਮਾਸ। ਗॉट ਇਟ। ਸੋ ਇਹ ਆਪਣੇ ਕੋਲੇ ਮਿਕਸਚਰ ਤੇ ਕੰਪਾਊਂਡ ਦੇ ਵਿੱਚ ਫਰਕ ਹੁੰਦਾ। ਹੁਣ ਆਪਣੇ ਕੋਲ ਬੇਟਾ ਆਪਾਂ ਦੋ ਤਰ੍ਹਾਂ ਦਾ ਮਿਕਸਚਰ ਪੜਿਆ, ਹੋਮੋਜੀਨੀਅਸ ਐਂਡ ਹੈਟਰੋਜੀਨੀਅਸ। ਹੋਮੋਜੀਨੀਅਸ ਮਿਕਸਚਰ ਜਿਹੜਾ ਹੈਗਾ ਇਹ ਫਰਦਰ ਦੋ ਤਰ੍ਹਾਂ ਨਾਲ ਕੈਟਾਗਰਾਈਜ਼ ਕੀਤਾ ਗਿਆ ਹੈ। ਬੇਸਿਕਲੀ ਇੱਕੋ ਹੀ ਤਰ੍ਹਾਂ ਦਾ ਹੁੰਦਾ ਹੈ, ਬਟ ਕਦੇ-ਕਦੇ ਆਪਣੇ ਕੋਲੇ ਦੂਸਰੀ ਕੈਟਾਗਰੀ ਵੀ ਲਾਈ ਕਰਦੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ, ਇਹਨੂੰ ਦੋ ਤਰ੍ਹਾਂ ਨਾਲ ਕੈਟਾਗਰਾਈਜ਼ ਕਰਾਂਗੇ। ਪਹਿਲੀ ਆ ਜਾਂਦੀ ਹੈ ਟਰੂ ਸੋਲੂਸ਼ਨ, ਨਾਟ ਸੋਲੂਸ਼ਨ, ਇਟ ਵਿਲ ਬੀ ਅ ਟਰੂ ਸੋਲੂਸ਼ਨ। ਟਰੂ ਸੋਲੂਸ਼ਨ ਤੇ ਇੱਥੇ ਆ ਜਾਂਦੇ ਆ ਬੇਟਾ ਕੋਲੋਇਡਸ। ਠੀਕ ਹੈ, ਜਿਹੜੇ ਹੈਟਰੋਜੀਨੀਅਸ ਮਿਕਸਚਰ ਹੁੰਦੇ ਆ ਇਹਨਾਂ ਦੇ ਵਿੱਚ ਵੀ ਕੋਲੋਇਡਸ ਦੀ ਕੈਟਾਗਰੀ ਐਗਜ਼ਿਸਟ ਕਰਦੀ ਹੈ। ਮੋਸਟ ਆਫ ਦ ਕੋਲੋਇਡਸ ਆਰ ਹੈਟਰੋਜੀਨੀਅਸ ਇਨ ਨੇਚਰ। ਠੀਕ ਹੈ, ਤਾਂ ਇਹ ਜਿਹੜੀ ਕੋਲੋਇਡਸ ਦੀ ਕੈਟਾਗਰੀ ਹੈ ਇਹ ਦੋਨਾਂ ਦੀ ਕਾਮਨ ਹੁੰਦੀ ਹੈ। ਇਹਦੇ ਵਿੱਚ ਟਰੂ ਸੋਲੂਸ਼ਨ ਹੋਮੋਜੀਨੀਅਸ ਦੀ ਕੈਟਾਗਰੀ ਚ ਆਉਂਦਾ ਹੈ, ਬਟ ਜਿਹੜੇ ਕੋਲੋਇਡਸ ਹੁੰਦੇ ਨੇ ਦੇ ਲਾਈਜ਼ ਅੰਡਰ ਦ ਕੈਟਾਗਰੀ ਆਫ ਬੋਥ ਹੋਮੋਜੀਨੀਅਸ ਐਂਡ ਹੈਟਰੋਜੀਨੀਅਸ ਮਿਕਸਚਰ। ਹੈਟਰੋਜੀਨੀਅਸ ਦੀ ਤੀਸਰੀ ਜਿਹੜੀ ਕਲਾਸੀਫਿਕੇਸ਼ਨ ਹੈ ਆਪਣੇ ਕੋਲੇ that is known as the suspension। ਸੋ ਮਿਕਸਚਰ ਵੀ ਹੋਮੋਜੀਨੀਅਸ ਤੇ ਹੈਟਰੋਜੀਨੀਅਸ ਮਿਕਸਚਰ ਵੀ ਫਰਦਰ ਆਪਣੇ ਕੋਲੇ ਤਿੰਨ ਤਰੀਕਿਆਂ ਦੇ ਵਿੱਚ ਕਲਾਸੀਫਾਈ ਕੀਤੇ ਗਏ ਨੇ। ਫਰਸਟ ਇਜ਼ ਨੋਨ ਐਜ਼ ਦਾ ਟਰੂ ਸੋਲੂਸ਼ਨ, ਸੈਕੰਡ ਇਜ਼ ਨੋਨ ਐਜ਼ ਦਾ ਕੋਲੋਇਡਸ ਐਂਡ ਥਰਡ ਇਜ਼ ਨੋਨ ਐਜ਼ ਦਾ ਸਸਪੈਂਸ਼ਨ। ਅੰਡਰਸਟੂਡ। ਠੀਕ ਹੈ, ਹੁਣ ਆਪਾਂ ਇਹਨਾਂ ਬਾਰੇ ਸਟੱਡੀ ਕਰਾਂਗੇ। ਕੁਝ ਕੋਲੋਇਡਸ ਜਿਹੜੇ ਹੁੰਦੇ ਨੇ ਬੇਟਾ ਉਹ ਹੋਮੋਜੀਨੀਅਸ ਨੇਚਰ ਵੀ ਸ਼ੋ ਕਰਦੇ ਆ, ਬਟ 90% ਕੋਲੋਇਡਸ ਜਿਹੜੇ ਹੁੰਦੇ ਨੇ ਦੇ ਫਾਲਸ ਅੰਡਰ ਦਾ ਕੈਟਾਗਰੀ ਆਫ ਦਾ ਹੈਟਰੋਜੀਨੀਅਸ ਮਿਕਸਚਰ। ਅੰਡਰਸਟੂਡ। ਮੋਸਟ ਆਫ ਦਾ ਕੋਲੋਇਡਸ ਜਿਹੜੇ ਹੁੰਦੇ ਨੇ ਉਹ ਹੈਟਰੋਜੀਨੀਅਸ ਨੇਚਰ ਦੇ ਹੁੰਦੇ ਆ। ਹੁਣ ਆਪਾਂ ਇਹਨਾਂ ਦਾ ਮਤਲਬ ਸਮਝਣਾ ਹੈ ਕਿ ਵਾਟ ਇਜ਼ ਦਾ ਮੀਨਿੰਗ ਆਫ ਟਰੂ ਸੋਲੂਸ਼ਨ, ਕੋਲੋਇਡਸ ਕੀ ਹੁੰਦੇ ਨੇ ਜਾਂ ਕੋਲੋਇਡਲ ਸੋਲੂਸ਼ਨ ਕੀ ਹੁੰਦੇ ਨੇ ਜਾਂ ਫਿਰ ਸਸਪੈਂਸ਼ਨ ਕੀ ਹੁੰਦੇ ਨੇ। ਟੈਟ ਦੇ ਪੇਪਰ ਦੇ ਵਿੱਚ ਜਾਂ ਤੁਸੀਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਅਗਰ ਦਿੰਦੇ ਹੋ ਤਾਂ ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਮਿਲਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੈ। ਠੀਕ ਹੈ ਜੀ, ਕੋਲੋਇਡਸ ਦੇ ਵਿੱਚੋਂ ਅਕਸਰ ਕੁਐਸਚਨ ਪੁੱਛੇ ਜਾਂਦੇ ਆ। ਚਲੋ ਨਾਓ ਇਹ ਤਿੰਨੇ ਜਿਹੜੀਆਂ ਕੈਟਾਗਰੀਜ਼ ਨੇ ਬੇਟਾ, ਇਹਨਾਂ ਤਿੰਨਾਂ ਕੈਟਾਗਰੀਜ਼ ਦਾ ਬੇਸ ਕੀ ਹੈਗਾ, ਪਾਰਟੀਕਲਸ ਦਾ ਸਾਈਜ਼। ਟਰੂ ਸੋਲੂਸ਼ਨ, ਕੋਲੋਇਡਸ ਤੇ ਸਸਪੈਂਸ਼ਨ ਇਹ ਕੋਈ ਵੀ ਅੱਡ-ਅੱਡ ਆਬਜੈਕਟ ਨਹੀਂ ਹੈ। ਤੁਸੀਂ ਦੇਖ ਕੇ ਆਏ ਨਹੀਂ ਕਹਿ ਸਕਦੇ ਜੀ ਆ ਤਾਂ ਟਰੂ ਸੋਲੂਸ਼ਨ ਆ, ਕੋਲੋਇਡ ਆ, ਸਸਪੈਂਸ਼ਨ ਹੈ। ਇੱਕ ਖਾਸ ਤਰ੍ਹਾਂ ਦੀ ਕੋਈ ਇਹਨਾਂ ਦੀ ਡੈਫੀਨੇਸ਼ਨ ਨਹੀਂ ਹੈਗੀ ਵੀ ਕਿਹੜੇ ਟਰੂ ਸੋਲੂਸ਼ਨ ਹੈ, ਕਿਹੜੇ ਕੋਲੋਇਡਸ ਹੈ ਜਾਂ ਕਿਹੜੇ ਸਸਪੈਂਸ਼ਨ ਹੈ। ਤੁਸੀਂ ਇਹਨਾਂ ਨੂੰ ਡਿਫਾਈਨ ਨਹੀਂ ਕਰ ਸਕਦੇ, ਬਟ ਡਿਫਾਈਨ ਇਹਨਾਂ ਦੀ ਜਾਂ ਇਹਨਾਂ ਦੀ ਪਹਿਚਾਨ ਕੀ ਹੁੰਦੀ ਹੈ, ਇਹਨਾਂ ਦਾ ਪਾਰਟੀਕਲ ਸਾਈਜ਼। ਅੰਡਰਸਟੂਡ। ਪਾਰਟੀਕਲ ਸਾਈਜ਼ ਦੇ ਬੇਸ ਤੇ ਇਹਨਾਂ ਤਿੰਨ ਤਰ੍ਹਾਂ ਦੇ ਸੋਲੂਸ਼ਨਸ ਨੂੰ ਡਿਫਾਈਨ ਕੀਤਾ ਜਾਂਦਾ ਹੈ। ਟਰੂ ਸੋਲੂਸ਼ਨ ਬੇਟਾ ਉਹ ਸੋਲੂਸ਼ਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਪਾਰਟੀਕਲ ਸਾਈਜ਼ ਹੈ ਉਹ ਆਪਾਂ ਕਹਿ ਸਕਦੇ ਹਾਂ ਲੈਸ ਦੈਨ 1 ਨੈਨੋਮੀਟਰ। ਠੀਕ ਹੈ, ਲੈਸ ਦੈਨ 1 ਨੈਨੋਮੀਟਰ ਹੁੰਦਾ ਹੈ। ਪਾਰਟੀਕਲਸ ਦਾ ਜਿਹੜਾ ਸਾਈਜ਼ ਹੈ ਉਹ 1 ਨੈਨੋਮੀਟਰ ਤੋਂ ਘੱਟ ਹੁੰਦਾ ਹੈ। ਨੈਨੋਮੀਟਰ ਦਾ ਮਤਲਬ ਕੀ ਹੁੰਦਾ ਹੈ, 1 ਨੈਨੋਮੀਟਰ is equals to 10 to power minus 9 meters। ठीक है, 1 मीटर ਦਾ 10 to power 9 ਪਾਰਟ। ਤਾਂ 1 ਨੈਨੋਮੀਟਰ ਤੋਂ ਵੀ ਛੋਟੇ ਜਿਹੜੇ ਪਾਰਟੀਕਲਸ ਹੁੰਦੇ ਨੇ ਬੇਟਾ ਉਹਨੂੰ ਕੀ ਕਿਹਾ ਜਾਂਦਾ ਹੈ, ਟਰੂ ਸੋਲੂਸ਼ਨ। ਨੈਕਸਟ ਆ ਗਿਆ ਆਪਣੇ ਕੋਲੇ ਕੋਲੋਇਡਸ। ਕੋਲੋਇਡਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੇ ਪਾਰਟੀਕਲਸ ਜਿਨ੍ਹਾਂ ਦੇ ਵਿੱਚ ਪਾਰਟੀਕਲਸ ਦਾ ਸਾਈਜ਼ ਜਿਹੜਾ ਹੈ ਉਹ 1 ਨੈਨੋਮੀਟਰ to 1000 ਨੈਨੋਮੀਟਰ ਹੁੰਦਾ ਹੈ। ਉਸ ਰੇਂਜ ਦੇ ਪਾਰਟੀਕਲਸ ਵਾਲੇ ਸੋਲੂਸ਼ਨ ਨੂੰ ਆਪਾਂ ਕੀ ਕਹਿੰਦੇ ਆਗੇ, ਕੋਲੋਇਡਸ ਕਹਿੰਦੇ ਆ ਜਾਂ ਫਿਰ ਕੋਲੋਇਡਲ ਸੋਲੂਸ਼ਨ ਕਹਿੰਦੇ ਆ।
ਸਸਪੈਂਸ਼ਨ ਕੀ ਚੀਜ਼ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਪਾਰਟੀਕਲਸ ਦਾ ਸਾਈਜ਼ ਹੈ ਉਹ ਕੀ ਹੁੰਦਾ ਹੈਗਾ, ਗ੍ਰੇਟਰ ਦੈਨ 1000 ਨੈਨੋਮੀਟਰ। ਠੀਕ ਹੈ, ਇੱਥੇ ਤੁਸੀਂ PS ਲਿਖ ਸਕਦੇ ਹੋ। PS ਮਤਲਬ ਪਾਰਟੀਕਲ ਸਾਈਜ਼, ਪਾਰਟੀਕਲ ਸਾਈਜ਼। ਇੱਥੇ ਵੀ ਪਾਰਟੀਕਲਸ ਦਾ ਜਿਹੜਾ ਸਾਈਜ਼ ਹੈ ਉਹ ਗ੍ਰੇਟਰ ਦੈਨ ਕੀ ਹੋਣਾ ਚਾਹੀਦਾ ਹੈ, 1000 ਨੈਨੋਮੀਟਰ। ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਸਸਪੈਂਸ਼ਨ ਕਹਿੰਦੇ ਆ। ਅੰਡਰਸਟੂਡ। ਤਾਂ ਹੁਣ ਆਪਾਂ ਇਹਦੇ ਵਿੱਚ ਹੀ ਬੇਟਾ ਪੜ੍ਹਦੇ ਹਾਂ ਅੱਗੇ ਕੋਲੋਇਡਸ ਜਿਹੜੇ ਹੁੰਦੇ ਆ ਜਾਂ ਟਰੂ ਸੋਲਿਊਸ਼ਨ ਜਿਹੜੇ ਹੁੰਦੇ ਆ ਆਪਣੇ ਕੋਲੇ, true solution, colloids, and third one is the suspension. ਆਪਾਂ ਇਹਦੀ ਬੇਸਿਕ ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਪਿਛਲੇ ਉਹਦੇ ਵਿੱਚ ਲਿਖ ਚੁੱਕੇ ਆ। ਠੀਕ ਹੈ, ਆ ਜਿਹੜਾ ਸੀਗਾ ਆਪਣੇ ਕੋਲੇ ਸਸਪੈਂਸ਼ਨ, ਕੋਲੋਇਡਸ ਤੇ ਟਰੂ ਸੋਲਿਊਸ਼ਨ, ਇਹਦੇ ਵਿੱਚ ਆਪਾਂ ਇਹਦੀ ਬੇਸਿਕ ਕਲਾਸੀਫਿਕੇਸ਼ਨ ਨੂੰ ਜਾਂ ਇਹਦੀ ਬੇਸਿਕ ਡੈਫੀਨੇਸ਼ਨ ਜਿਹੜੀ ਹੁੰਦੀ ਹੈ ਜਿਹਦੇ ਬੇਸ ਤੇ ਇਹਨੂੰ ਕਲਾਸੀਫਾਈ ਕੀਤਾ ਗਿਆ ਉਹ ਆਪਾਂ ਆਲਰੇਡੀ ਕਰ ਚੁੱਕੇ ਆ। ਹੁਣ ਆਪਾਂ ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਬਾਕੀ ਡਿਫਰੈਂਸਸ ਨੇ ਉਹਨਾਂ ਨੂੰ ਸਟੱਡੀ ਕਰਾਂਗੇ। ਠੀਕ ਹੈ, ਤਾਂ ਉਹ ਕੀ ਹੈ ਬੇਟਾ, ਟਰੂ ਸੋਲਿਊਸ਼ਨ ਜਿਹੜੇ ਹੁੰਦੇ ਆ, ਇੱਥੇ ਇੱਕ ਵਾਰ ਫੇਰ ਲਿਖ ਲੈਂਦੇ ਆ, ਪਾਰਟੀਕਲ ਸਾਈਜ਼ is less than 1 nanometer। ਇਹਦੇ ਚ ਪਾਰਟੀਕਲ ਸਾਈਜ਼ 1 ਨੈਨੋਮੀਟਰ ਟੂ 1000 ਨੈਨੋਮੀਟਰ। ਕੁਝ ਬੁੱਕਸ ਦੇ ਵਿੱਚ ਇਹਨੂੰ 100 ਨੈਨੋਮੀਟਰ ਵੀ ਲਿਖ ਦਿੰਦੇ ਆ, ਬਟ ਜਿਹੜਾ ਜ਼ਿਆਦਾ ਕਰੈਕਟ ਆਪਸ਼ਨ ਹੋਊਗਾ ਉਹ ਆ ਹੋਊਗਾ ਬੇਟਾ, 1000 ਨੈਨੋਮੀਟਰ ਹੋਊਗਾ। ਇਹਦੇ ਚ ਕੀ ਹੋ ਜਾਊਗਾ, ਜਿਹੜਾ ਪਾਰਟੀਕਲ ਸਾਈਜ਼ ਹੈ ਉਹ ਮੋਰ ਦੈਨ 1000 ਨੈਨੋਮੀਟਰ। ਠੀਕ ਹੈ, ਹੁਣ ਟਰੂ ਸੋਲਿਊਸ਼ਨ ਦੀ ਆਪਾਂ ਐਗਜ਼ਾਮਪਲ ਕਰਦੇ ਹਾਂ। ਟਰੂ ਸੋਲਿਊਸ਼ਨ ਦੀ ਐਗਜ਼ਾਮਪਲ ਜਿਵੇਂ ਕਿ NaCl plus water। ਠੀਕ ਹੈ, ਹੁਣ ਇਹਦੇ ਵਿੱਚ ਪਾਰਟੀਕਲਸ ਦਾ ਸਾਈਜ਼ ਇੰਨਾ ਜ਼ਿਆਦਾ ਛੋਟਾ ਹੁੰਦਾ ਹੈ ਕਿ ਤੁਸੀਂ ਉਹਨੂੰ ਨੇਕਡ ਆਈ ਜਾਂ ਇਵਨ ਕਿ ਮਾਈਕਰੋਸਕੋਪ ਦੇ ਨਾਲ ਵੀ ਨਹੀਂ ਦੇਖ ਸਕਦੇ, ਤਾਂ ਇਟ ਫਾਲਸ ਅੰਡਰ ਦਾ ਕੈਟਾਗਰੀ ਆਫ ਟਰੂ ਸੋਲਿਊਸ਼ਨ। ਠੀਕ ਹੈ ਜੀ, ਨੈਕਸਟ ਆ ਗਿਆ ਸ਼ੂਗਰ ਪਲਸ ਵਾਟਰ, ਤਾਂ ਇਹ ਵੀ ਕੀ ਹੋ ਗਿਆ, ਟਰੂ ਸੋਲਿਊਸ਼ਨ। ਅੱਗੇ ਆ ਗਿਆ ਬੇਟਾ ਕੋਲੋਇਡ। ਕੋਲੋਇਡ ਦੇ ਵਿੱਚ ਐਗਜ਼ਾਮਪਲ ਆ ਜਾਂਦੀ ਹੈ ਜਿਵੇਂ ਮਿਲਕ ਦੀ। ਠੀਕ ਹੈ, ਮਿਲਕ ਹੋ ਗਿਆ ਜਾਂ ਪੇਂਟਸ ਹੋ ਗਏ ਜਾਂ ਫਿਰ ਜੈਲਸ ਹੋ ਗਈਆਂ, ਠੀਕ ਹੈ, ਬਟਰ ਹੋ ਗਿਆ, ਇਹ ਸਾਰੀਆਂ ਕਾਹਦੀਆਂ ਐਗਜ਼ਾਮਪਲਸ ਨੇ, ਕੋਲੋਇਡਸ ਦੀਆਂ। ਅੰਡਰਸਟੂਡ। ਨੈਕਸਟ ਹੈ ਸਸਪੈਂਸ਼ਨ, ਜਿਵੇਂ ਆਪਾਂ ਕਹਿ ਦਈਏ ਕਿ ਸੈਂਡ ਇਨ ਵਾਟਰ, ਜਿਹਨੂੰ ਆਪਾਂ ਨੇਕਡ ਆਈ ਨਾਲ ਵੀ ਦੇਖ ਸਕਦੇ ਹਾਂ। ਟਰੂ ਸੋਲਿਊਸ਼ਨ ਇੱਕ ਇਹੋ ਜਿਹੀ ਕੈਟਾਗਰੀ ਹੈ ਕਿਸੇ ਵੀ ਸੋਲਿਊਸ਼ਨ ਦੀ ਜਿਹਨੂੰ ਆਪਾਂ ਨਾ ਤਾਂ ਨੇਕਡ ਆਈ ਨਾਲ ਦੇਖ ਸਕਦੇ ਹਾਂ, ਨਾ ਹੀ ਮਾਈਕਰੋਸਕੋਪ, ਸਿੰਪਲ ਮਾਈਕਰੋਸਕੋਪ ਨਾਲ ਦੇਖ ਸਕਦੇ ਹਾਂ। ਕੋਲੋਇਡਸ ਨੂੰ ਆਪਾਂ ਨੇਕਡ ਆਈ ਨਾਲ ਨਹੀਂ ਦੇਖ ਸਕਦੇ ਲੇਕਿਨ ਮਾਈਕਰੋਸਕੋਪ ਨਾਲ ਦੇਖ ਸਕਦੇ ਹਾਂ। ਸਸਪੈਂਸ਼ਨ ਨੂੰ ਆਪਾਂ ਨੇਕਡ ਆਈ ਨਾਲ ਵੀ ਦੇਖ ਸਕਦੇ ਹਾਂ। ਅੰਡਰਸਟੂਡ। ਠੀਕ ਹੈ, ਨੈਕਸਟ ਇਹਨਾਂ ਦੀ ਪ੍ਰੋਪਰਟੀ ਕੀ ਹੁੰਦੀ ਹੈ ਬੇਟਾ, ਇੱਕ ਬਹੁਤ ਇੰਪੋਰਟੈਂਟ ਪ੍ਰੋਪਰਟੀ ਹੈ, ਦੈਟ ਇਜ਼ ਨੋਨ ਐਜ਼ ਦਾ ਟਿੰਡਲ ਇਫੈਕਟ। ਟਰੂ ਸੋਲਿਊਸ਼ਨ ਕਦੇ ਵੀ ਟਿੰਡਲ ਇਫੈਕਟ ਨੂੰ ਸ਼ੋ ਨਹੀਂ ਕਰਦੇ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਟਿੰਡਲ ਇਫੈਕਟ ਇਹ ਨਹੀਂ ਸ਼ੋ ਕਰਦੇ, ਇਹਦੇ ਚ ਕੀ ਹੁੰਦਾ ਹੈ, ਕਰਦੇ ਆ, ਆ ਵੀ ਕੀ ਹੈ, ਕਰਦੇ ਆ। ਬੇਸਿਕਲੀ ਟਿੰਡਲ ਇਫੈਕਟ ਕੀ ਹੁੰਦਾ ਹੈ, ਟਿੰਡਲ ਇਫੈਕਟ ਇਜ਼ ਦਾ ਸਕੈਟਰਿੰਗ ਆਫ ਲਾਈਟ। ਠੀਕ ਹੈ, ਜਦੋਂ ਵੀ ਤੁਸੀਂ ਅਗਰ ਕਦੇ ਦੇਖਿਆ ਹੋਵੇ ਕਿ ਜਿਹੜਾ ਸਿਨੇਮਾ ਹਾਲਸ ਹੁੰਦੇ ਨੇ ਉਹਦੇ ਬੈਕ ਤੋਂ ਇੱਕ ਜਦੋਂ ਰੋਸ਼ਨੀ ਆਉਂਦੀ ਹੈ ਤਾਂ ਉਹ ਸਕਰੀਨ ਤੇ ਪੈਂਦੀ ਹੈ, ਤਾਂ ਦੈਟ ਇਜ਼ ਇਨ ਦਾ ਫਾਰਮ ਆਫ ਦਿਸ। ਆ ਮੰਨ ਲਓ ਆਪਣੇ ਕੋਲੇ ਇੱਕ ਬੈਕ ਦੇ ਉੱਤੇ ਕੰਧ ਹੈ ਜਾਂ ਕੋਈ ਵੀ ਇੱਕ ਡੋਰ ਹੈ, ਠੀਕ ਹੈ, ਉਹਦੇ ਇੱਥੇ ਇੱਕ ਹੋਲ ਹੁੰਦਾ ਹੈ, ਤਾਂ ਇਸ ਹੋਲ ਤੋਂ ਆਪਣੇ ਕੋਲੇ ਕੀ ਹੁੰਦਾ ਬੇਟਾ, ਇਸ ਤਰੀਕੇ ਨਾਲ ਲਾਈਟ ਆਉਂਦੀ ਹੈ। ਠੀਕ ਹੈ, ਇਹ ਲਾਈਟ ਆ ਕੇ ਇਸ ਸਿਨੇਮਾ ਹਾਲ ਦੀ ਜਿਹੜੀ ਸਕਰੀਨ ਹੁੰਦੀ ਹੈ ਉਹਦੇ ਤੇ ਪੈਂਦੀ ਹੈ, ਐਂਡ ਯੂ ਵਿਲ ਸੀ ਦ ਡਸਟ ਪਾਰਟੀਕਲਸ ਇਨ ਦਿਸ ਬੀਮ ਆਫ ਲਾਈਟ। ਇਸ ਬੀਮ ਆਫ ਲਾਈਟ ਦੇ ਵਿੱਚ ਤੁਸੀਂ ਡਸਟ ਪਾਰਟੀਕਲਸ ਨੂੰ ਦੇਖਦੇ ਹੋ। ਹਰ ਬੱਚੇ ਨੇ, ਹਰ ਬੰਦੇ ਨੇ ਦੇਖੇ ਹੁੰਦੇ ਆ। ਠੀਕ ਹੈ, ਤਾਂ ਆਪਾਂ ਜਦੋਂ ਉੱਪਰ ਨੂੰ ਦੇਖਦੇ ਆ, ਉੱਪਰ ਨੂੰ ਮੂੰਹ ਕਰਕੇ ਦੇਖਦੇ ਆ, ਉਦੋਂ ਹੀ ਆਪਾਂ ਨੂੰ ਇਹ ਡਸਟ ਪਾਰਟੀਕਲ ਦਿਖਦੇ ਨੇ। ਠੀਕ ਹੈ, ਤਾਂ ਇਹਦਾ ਮਤਲਬ ਜਿਹੜੇ ਆ ਡਸਟ ਪਾਰਟੀਕਲਸ ਹੁੰਦੇ ਨੇ ਬੇਟਾ, ਇਹ ਕਿਉਂ ਹੁੰਦੇ ਆ, ਕਿਉਂ ਵਿਜ਼ੀਬਲ ਹੁੰਦੇ ਨੇ ਬੇਸਿਕਲੀ, ਕਿਉਂਕਿ ਜਿਹੜੀ ਇੱਥੋਂ ਲਾਈਟ ਆ ਰਹੀ ਹੁੰਦੀ ਹੈ ਜਦੋਂ ਇਹਨਾਂ ਡਸਟ ਪਾਰਟੀਕਲਸ ਦੇ ਵਿੱਚ ਵੱਜਦੀ ਹੈ ਤਾਂ ਉਹ ਸਕੈਟਰ ਹੋ ਜਾਂਦੀ ਹੈ, ਖਿੰਡ ਜਾਂਦੀ ਹੈ। ਠੀਕ ਹੈ, ਤੇ ਉਹ ਖਿੰਡਦੀ ਕਿਸ ਫਾਰਮ ਦੇ ਵਿੱਚ ਹੈ, ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਟਿੰਡਲ ਕੋਨ ਕਹਿੰਦੇ ਆ, ਕਿਉਂਕਿ ਇਹ ਇੱਕ ਕੋਨ ਦੀ ਫਾਰਮ ਦੇ ਵਿੱਚ ਹੁੰਦਾ ਹੈ, ਲਾਈਕ ਦਿਸ ਇਜ਼ ਨੋਨ ਐਜ਼ ਦਾ ਟਿੰਡਲ ਕੋਨ। ਟਿੰਡਲ ਵਾਸ ਦਾ ਸਾਇੰਟਿਸਟ ਜਿਹਨੇ ਇਹ ਕਨਸੈਪਟ ਦਿੱਤਾ ਸੀ, ਇਸ ਕਰਕੇ ਉਹਦੇ ਨਾਮ ਤੇ ਹੀ ਇਹ ਇਫੈਕਟ ਦਾ ਨਾਮ ਰੱਖਿਆ ਗਿਆ। ਠੀਕ ਹੈ ਬੇਟਾ, ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜਿਹੜੀ ਇਹ ਸਕੈਟਰਿੰਗ ਆਫ ਲਾਈਟ ਹੈ ਇਹ ਤੁਹਾਨੂੰ ਵਿਜ਼ੀਬਲ ਹਮੇਸ਼ਾ 90 ਡਿਗਰੀ ਦੇ ਐਂਗਲ ਤੋਂ ਹੋਊਗੀ। ਤਾਂ ਇਹੀ ਸੇਮ ਕਨਸੈਪਟ ਜਿਹੜਾ ਹੈਗਾ ਉਹ ਇੱਥੇ ਲੱਗਦਾ ਹੈ,
ਜਦੋਂ ਕੋਲੋਇਡਲ ਸੋਲਿਊਸ਼ਨ ਦੇ ਵਿੱਚੋਂ ਆਪਾਂ ਲਾਈਟ ਨੂੰ ਪਾਸ ਕਰਦੇ ਆ ਤਾਂ ਉਹ ਲਾਈਟ ਕੋਲੋਇਡਲ ਸੋਲਿਊਸ਼ਨ ਦੇ ਜਿਹੜੇ ਪਾਰਟੀਕਲਸ ਹੁੰਦੇ ਨੇ ਉਹ ਇੰਨੇ ਕੁ ਵੱਡੇ ਸਾਈਜ਼ ਦੇ ਹੁੰਦੇ ਆ, ਜਾਂ ਸਸਪੈਂਸ਼ਨ ਦੇ ਪਾਰਟੀਕਲ ਜਿਹੜੇ ਹੁੰਦੇ ਨੇ ਉਹ ਇੰਨੇ ਵੱਡੇ ਸਾਈਜ਼ ਦੇ ਹੁੰਦੇ ਆ ਕਿ ਜਦੋਂ ਉਹਦੇ ਵਿੱਚ ਲਾਈਟ ਰੇਡੀਏਸ਼ਨ ਵੱਜਦੀ ਹੈ ਤਾਂ ਉਹ ਖਿੰਡ ਜਾਂਦੀ ਹੈ, ਉਹ ਟੁੱਟ ਜਾਂਦੀ ਹੈ ਅੱਗੇ, ਠੀਕ ਹੈ, ਅਲੱਗ-ਅਲੱਗ ਪੈਟਰਨਸ ਦੇ ਵਿੱਚ। ਤਾਂ ਉਸ ਖਿੰਡਣ ਨੂੰ ਆਪਾਂ ਕੀ ਕਹਿੰਦੇ ਆ, ਸਕੈਟਰਿੰਗ ਆਫ ਲਾਈਟ ਨੂੰ ਕੀ ਕਿਹਾ ਜਾਂਦਾ ਹੈ, ਟਿੰਡਲ ਇਫੈਕਟ। ਇਸ ਕੇਸ ਦੇ ਵਿੱਚ ਜਿਹੜੇ ਪਾਰਟੀਕਲਸ ਨੇ ਉਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਸਮਾਲ ਹੁੰਦਾ ਹੈ, ਨਿਗਲੀਜੀਬਲੀ ਸਮਾਲ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਦੇ ਵਿੱਚ ਜੇ ਪਾਰਟੀਕਲਸ ਦੇ ਵਿੱਚ ਲਾਈਟ ਵੱਜੂਗੀ ਵੀ ਤਾਂ ਉਹਦੇ ਤੇ ਕੋਈ ਇਫੈਕਟ ਨਹੀਂ ਪੈਂਦਾ, ਉਹ ਸਕੈਟਰ ਨਹੀਂ ਹੁੰਦੀ, ਉਹ ਸਿੱਧਾ ਟੱਪ ਜਾਂਦੀ ਹੈ। ਤੇ ਇਸ ਕੇਸ ਦੇ ਵਿੱਚ ਆਪਾਂ ਨੂੰ ਕੋਈ ਜਿਹੜੇ ਡਸਟ ਪਾਰਟੀਕਲਸ ਨੇ ਜਾਂ ਜਿਹੜੀ ਸਕੈਟਰਿੰਗ ਆਫ ਲਾਈਟ ਹੈ ਉਹ ਵਿਜ਼ੀਬਲ ਨਹੀਂ ਹੋਊਗੀ, ਬਟ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਹੋਊਗੀ। ਅੰਡਰਸਟੂਡ, ਠੀਕ ਹੈ। ਇੱਕ ਆਪਣੇ ਕੋਲੇ ਕੋਲੋਇਡਸ ਦੀ ਇੱਕ ਹੋਰ ਬਹੁਤ ਹੀ ਵਧੀਆ ਪ੍ਰੋਪਰਟੀ ਹੁੰਦੀ ਹੈ, ਦੈਟ ਇਜ਼ ਨੋਨ ਐਜ਼ ਦਾ ਬਰਾਊਨੀਅਨ ਮੂਵਮੈਂਟ। ਬਰਾਊਨੀਅਨ ਵਾਸ ਆਲਸੋ ਦਾ ਸਾਇੰਟਿਸਟ ਜਿਨੇ ਇਹ ਮੂਵਮੈਂਟ ਦਿੱਤੀ ਸੀ, ਠੀਕ ਹੈ। ਬਰਾਊਨੀਅਨ ਮੂਵਮੈਂਟ ਕੀ ਕਹਿੰਦੀ ਹੈ, ਇਟ ਇਜ਼ ਦਾ ਕੰਟੀਨਿਊਅਸ zigzag motion of the particles, ਕਿ ਜਿਹੜੇ ਸੋਲਿਊਸ਼ਨ ਦੇ ਵਿੱਚ ਪਾਰਟੀਕਲਸ ਹੁੰਦੇ ਨੇ ਉਹ ਕੰਟੀਨਿਊਅਸ ਮੋਸ਼ਨ ਦੇ ਵਿੱਚ ਹੁੰਦੇ ਆ, ਤੇ ਉਸ ਕੰਟੀਨਿਊਅਸ ਮੂਵਮੈਂਟ ਨੂੰ ਆਪਾਂ ਕੀ ਕਿਹਾ, ਬਰਾਊਨੀਅਨ ਨੇ ਕੀ ਕਿਹਾ ਸੀਗਾ, ਨੋਨ ਐਜ਼ ਦਾ ਬਰਾਊਨੀਅਨ ਮੂਵਮੈਂਟ, ਦਾ ਕੰਟੀਨਿਊਅਸ zigzag motion। ਅਗਰ ਤੁਸੀਂ ਇਹਨੂੰ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਇਸ ਤਰੀਕੇ ਨਾਲ ਕਰਦੇ ਆ, ਲਾਈਕ this is the continuous zigzag motion of the particles in the colloidal solution। ਇੱਕ colloidal solution ਦੇ ਵਿੱਚ continuous zigzag motion ਜਿਹੜਾ ਹੁੰਦਾ particles ਦਾ, ਉਹਨੂੰ ਕੀ ਕਿਹਾ ਜਾਂਦਾ ਬੇਟਾ, Brownian movement। Understood? So these are some important properties of the colloids। ਤਾਂ ਇਹ ਆਪਣੇ ਕੋਲੇ ਕੁਝ ਕੁ ਬੇਸਿਕ ਡਿਫਰੈਂਸ ਨੇ, ਜਿਵੇਂ ਨੇਕਡ ਆਈ ਨਾਲ ਹੋ ਗਿਆ, ਐਗਜ਼ਾਮਪਲਸ ਹੋ ਗਈਆਂ, ਪਾਰਟੀਕਲ ਸਾਈਜ਼ ਹੋ ਗਿਆ, ਠੀਕ ਹੈ, ਟਿੰਡਲ ਇਫੈਕਟ ਹੋ ਗਿਆ, ਬਰਾਊਨੀਅਨ ਮੂਵਮੈਂਟ ਹੋ ਗਈ। ਤਾਂ ਇਹ ਕੁਝ ਐਗਜ਼ਾਮਪਲਸ ਨੇ ਜਿਹੜੀਆਂ ਕਿ ਇਹਨਾਂ ਤਿੰਨਾਂ ਨੂੰ ਡਿਫਰੈਂਸ਼ੀਏਟ ਕਰਦੀਆਂ ਨੇ ਇੱਕ ਦੂਜੇ ਤੋਂ। ਅੰਡਰਸਟੂਡ। ਹੁਣ ਆਪਣੇ ਜਿਹੜਾ ਕਰਨ ਵਾਲਾ ਕੰਮ ਹੈ ਉਹ ਸਸਪੈਂਸ਼ਨ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈ, ਇਹਦੇ ਵਿੱਚ ਕੁਝ ਖਾਸ ਕਰਨ ਵਾਲਾ ਨਹੀਂ ਹੈਗਾ। ਇਹਨਾਂ ਦੋਨਾਂ ਨੂੰ ਆਪਾਂ ਡੀਟੇਲ ਦੇ ਵਿੱਚ ਸਟੱਡੀ ਕਰਾਂਗੇ। ਸੋ ਆਰ ਨੈਕਸਟ ਟੌਪਿਕ ਇਜ਼ ਦਾ ਟਰੂ ਸੋਲਿਊਸ਼ਨ। ਅਗਲਾ ਟੌਪਿਕ ਜਿਹੜਾ ਆਪਣਾ ਹੈਗਾ ਉਹ ਕੀ ਹੈ, ਟਰੂ ਸੋਲਿਊਸ਼ਨ, ਠੀਕ ਹੈ ਜੀ। ਤਾਂ ਟਰੂ ਸੋਲਿਊਸ਼ਨ ਜਿਹੜਾ ਹੈ ਬੇਟਾ ਉਹ ਫਰਦਰ ਆਪਣੇ ਕੋਲੇ ਕਿੰਨੀਆਂ ਤਰ੍ਹਾਂ ਨਾਲ ਕਲਾਸੀਫਾਈ ਕੀਤਾ ਗਿਆ ਹੈ। ਟਰੂ ਸੋਲਿਊਸ਼ਨ ਸੋਲਿਬਿਲਿਟੀ ਦੇ ਬੇਸ ਤੇ ਇਹ ਟਰੂ ਸੋਲਿਊਸ਼ਨ ਤਿੰਨ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। ਇੱਥੇ ਲਿਖ ਸਕਦੇ ਹੋ ਤੁਸੀਂ, ਔਨ ਦ ਬੇਸਿਸ ਆਫ ਸੋਲਿਬਿਲਿਟੀ, ਠੀਕ ਹੈ ਜੀ। ਸੋਲਿਬਿਲਿਟੀ ਦੇ ਬੇਸ ਤੇ ਟਰੂ ਸੋਲਿਊਸ਼ਨ ਜਿਹੜੇ ਹੈਗੇ ਆ, ਜਾਂ ਟਰੂ ਸੋਲਿਊਸ਼ਨ ਲਿਖਿਆ ਹੋਵੇ ਜਾਂ ਕੱਲਾ ਸੋਲਿਊਸ਼ਨ ਲਿਖਿਆ ਹੋਵੇ, ਦੋਨੋਂ ਇੱਕੋ ਹੀ ਗੱਲ ਹੈ, ਠੀਕ ਹੈ। ਟਰੂ ਸੋਲਿਊਸ਼ਨ ਜਿਹੜੇ ਹੈਗੇ ਬੇਟਾ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਫਰਸਟ ਵਨ ਇਜ਼ ਦਾ ਸੈਚੂਰੇਟਿਡ ਸੋਲਿਊਸ਼ਨ, second one is the unsaturated solution, and third one is the supersaturated solution। ठीक है जी। सैचुरेटेड सॉल्यूशन, अनसैचुरेटेड सॉल्यूशन एंड सुपरसैचुरेटेड सॉल्यूशंस। सब तो पहला गल करांगे सैचुरेटेड सॉल्यूशन दी। सैचुरेशन वर्ड ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਕੋਈ ਵੀ ਚੀਜ਼, ਮੰਨ ਲਓ ਆਪਾਂ ਕਹਿੰਦੇ ਆ ਕਿ ਮੇਰਾ ਮਾਈਂਡ ਬਹੁਤ ਸੈਚੂਰੇਟ ਹੋ ਗਿਆ, ਤਾਂ ਉਸ ਚੀਜ਼ ਦਾ ਮਤਲਬ ਕੀ ਹੁੰਦਾ ਹੈ ਬੇਟਾ, ਮਾਈਂਡ ਸੈਚੂਰੇਟ ਹੋਣ ਦਾ ਮਤਲਬ ਹੁੰਦਾ ਹੈ ਕਿ ਤੁਹਾਡਾ ਇੱਕ ਭਰ ਜਾਣਾ, ਇੱਕ ਲੈਵਲ ਤੱਕ ਭਰ ਜਾਣਾ ਕਿ ਉਸ ਤੋਂ ਬਾਅਦ ਇਹਦੇ ਅੰਦਰ ਕੁਝ ਹੋਰ ਨਹੀਂ ਜਾ ਸਕਦਾ ਜਾਂ ਆਪਾਂ ਸਟੋਰ ਨਹੀਂ ਕਰ ਸਕਦੇ। ਸਿਮਿਲਰਲੀ ਇਨ ਕੇਸ ਆਫ ਦਾ ਸੈਚੂਰੇਟਡ ਸੋਲਿਊਸ਼ਨ, ਸੈਚੂਰੇਟਡ ਸੋਲਿਊਸ਼ਨ ਕਿਹੜੇ ਹੁੰਦੇ ਨੇ, ਉਹ ਸੋਲਿਊਸ਼ਨ ਜਿਹਦੇ ਵਿੱਚ ਹੋਰ ਸੋਲਿਊਟ ਨੂੰ ਡਿਸੋਲਵ ਨਹੀਂ ਕੀਤਾ ਜਾ ਸਕਦਾ। ਇੱਕ ਸੋਲਿਊਸ਼ਨ ਦੇ ਵਿੱਚ ਦੋ ਕੰਪੋਨੈਂਟਸ ਹੁੰਦੇ ਨੇ ਜਿਹਨੂੰ ਆਪਾਂ ਬਾਈਨਰੀ ਸੋਲਿਊਸ਼ਨ ਕਹਿੰਦੇ ਆ। ਦੋ ਕੰਪੋਨੈਂਟਸ ਕਿਹੜੇ ਹੁੰਦੇ ਆ, ਫਰਸਟ ਕੰਪੋਨੈਂਟ ਨੂੰ ਆਪਾਂ ਕਹਿੰਦੇ ਆ ਸੋਲਿਊਟ ਤੇ ਦੂਸਰੇ ਨੂੰ ਕਹਿੰਦੇ ਆ ਬੇਟਾ ਸੋਲਵੈਂਟ, ਠੀਕ ਹੈ। ਸੋਲਿਊਟ ਉਹ ਹੁੰਦਾ ਜਿਹਨੂੰ ਘੋਲਿਆ ਜਾਂਦਾ ਹੈ ਬਾਹਰੋਂ ਪਾ ਕੇ, ਸੋਲਵੈਂਟ ਉਹ ਹੁੰਦਾ ਜਿਹਦੇ ਵਿੱਚ ਘੋਲਿਆ ਜਾਂਦਾ। ਤਾਂ ਸੋਲਵੈਂਟ ਇਜ਼ ਬੇਸਿਕਲੀ ਦਾ ਮੀਡੀਅਮ ਜਿਹਦੇ ਵਿੱਚ ਸੋਲਿਊਟ ਨੂੰ ਘੋਲਿਆ ਜਾਂਦਾ। ਜੇ ਆਪਾਂ ਪਾਣੀ ਦੇ ਨਮਕ ਦੀ ਐਗਜ਼ਾਮਪਲ ਲਈਏ ਤਾਂ ਜਿਹੜਾ ਪਾਣੀ ਹੈ ਉਹ ਆਪਣੇ ਕੋਲੇ ਮੀਡੀਅਮ ਦਾ ਕੰਮ ਕਰੂਗਾ। ਪਾਣੀ ਵਿਲ ਬੀ ਦਾ ਸੋਲਵੈਂਟ ਐਂਡ ਨਮਕ ਵਿਲ ਬੀ ਦਾ ਸੋਲਿਊਟ, ਠੀਕ ਹੈ। ਤਾਂ ਜਦੋਂ ਆਪਣੇ ਕੋਲੇ ਕਿਸੇ ਵੀ ਸੋਲਵੈਂਟ ਦੇ ਵਿੱਚ ਜਾਂ ਕਿਸੇ ਵੀ ਸੋਲਿਊਸ਼ਨ ਦੇ ਵਿੱਚ ਸੋਲਿਊਟ ਡਿਸੋਲਵ ਹੋਣਾ ਬੰਦ ਕਰ ਦੇ, ਉਸ ਸੋਲਿਊਸ਼ਨ ਨੂੰ ਆਪਾਂ ਕੀ ਕਹਿੰਦੇ ਆ, ਸੈਚੂਰੇਟਡ ਸੋਲਿਊਸ਼ਨ। ਤਾਂ ਇੱਥੇ ਲਿਖ ਸਕਦੇ ਆ the solution in which no more solute can be dissolved। ਉਸ
ਸੋਲਿਊਸ਼ਨ ਨੂੰ ਆਪਾਂ ਕੀ ਕਹਿੰਦੇ ਆਗੇ ਸੈਚੂਰੇਟਡ ਸੋਲਿਊਸ਼ਨ। ਤਾਂ ਇਹਦੇ ਤੋਂ ਆਪਾਂ ਨੂੰ ਇਹ ਕਲੀਅਰ ਹੈ ਕਿ ਅਨਸੈਚੂਰੇਟਡ ਸੋਲਿਊਸ਼ਨ ਕੀ ਹੋਊਗਾ। ਅਨਸੈਚੂਰੇਟਡ ਸੋਲਿਊਸ਼ਨ ਉਹ ਹੋਊ ਜਿਹਦੇ ਚ ਆਪਾਂ ਹਜੇ ਹੋਰ ਸੋਲਿਊਟ ਡਿਸੋਲਵ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਮੰਨ ਲਓ ਆਪਣੇ ਕੋਲ ਐਗਜ਼ਾਮਪਲ ਹੈ ਬੇਟਾ, ਆ ਆਪਣੇ ਕੋਲ ਇੱਕ ਗਲਾਸ ਪਾਣੀ ਦਾ ਹੈ, ਆਪਾਂ ਇਹਦੇ ਚ 1 ਚਮਚ ਡਿਸੋਲਵ ਕੀਤਾ ਨਮਕ ਦਾ, ਫਿਰ ਦੂਸਰਾ ਪਾਇਆ, ਫਿਰ ਤੀਸਰਾ ਪਾਇਆ, ਫਿਰ ਚੌਥਾ ਪਾਇਆ। ਮੰਨ ਲਓ ਇਹਦੇ ਚ 4 ਚਮਚ ਡਿਸੋਲਵ ਹੋ ਗਏ, ਫਿਰ ਜਦੋਂ ਤੁਸੀਂ ਪੰਜਵਾਂ ਪਾਉਂਗੇ ਤਾਂ ਇਟ ਵਿਲ ਨਾਟ ਗੈਟ ਡਿਸੋਲਵ, ਉਹ ਡਿਸੋਲਵ ਨਹੀਂ ਹੋਊਗਾ। ਕਿਉਂ? ਕਿਉਂਕਿ ਆਫਟਰ ਗੈਟਿੰਗ 4 ਸਪੂਨ ਡਿਸੋਲਵਡ ਇਨ ਇਟ, ਇਹ ਕੀ ਬਣ ਜਾਊਗਾ ਸੈਚੂਰੇਟਡ ਸੋਲਿਊਸ਼ਨ ਬਣ ਜਾਊਗਾ, ਤੇ ਇਹਦੀ ਜਿਹੜੀ ਸੋਲਿਬਿਲਿਟੀ ਹੈ ਉਹ ਕੀ ਹੋ ਜਾਊਗੀ 0 ਹੋ ਜਾਊਗੀ। ਤਾਂ ਇਸ ਤਰ੍ਹਾਂ ਦੇ ਸੋਲਿਊਸ਼ਨ ਨੂੰ ਆਪਾਂ ਕੀ ਕਹਿੰਦੇ ਆ ਸੈਚੂਰੇਟਡ ਸੋਲਿਊਸ਼ਨ। ਹੁਣ ਚੌਥੇ ਚਮਚ ਤੱਕ ਇਹਦੇ ਵਿੱਚ ਜਿਹੜਾ ਸੋਲਿਊਟ ਸੀ ਉਹ ਡਿਸੋਲਵ ਹੋ ਰਿਹਾ ਸੀ, ਤਾਂ ਅਪ ਟੂ 4th ਸਪੂਨ ਇਟ ਵਾਸ ਦਾ ਅਨਸੈਚੂਰੇਟਡ ਸੋਲਿਊਸ਼ਨ। ਤਾਂ ਅਨਸੈਚੂਰੇਟਡ ਸੋਲਿਊਸ਼ਨ ਉਹ ਹੁੰਦਾ ਜਿਹਦੇ ਵਿੱਚ ਹੋਰ ਸੋਲਿਊਟ ਹਜੇ ਡਿਸੋਲਵ ਕੀਤਾ ਜਾ ਸਕਦਾ। ਠੀਕ ਹੈ, ਤਾਂ ਦਾ ਸੋਲਿਊਸ਼ਨ in which more solute can be dissolved। ठीक है, सुपर सैचुरेटेड इज द वेरी इंपॉर्टेंट कॉन्सेप्ट। सुपर सैचुरेटेड सॉल्यूशन की ਹੁੰਦਾ ਹੈ ਜਦੋਂ ਆਪਾਂ ਕਿਸੇ ਸੈਚੂਰੇਟਡ ਸੋਲਿਊਸ਼ਨ ਨੂੰ ਹੀਟ ਕਰਦੇ ਆ ਬੇਟਾ, ਤਾਂ ਉਹਨੂੰ ਹੀਟ ਕਰਨ ਤੋਂ ਬਾਅਦ ਉਹਦੇ ਸੈਚੂਰੇਸ਼ਨ ਲੈਵਲ ਨੂੰ ਇਨਕਰੀਜ਼ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਜਦੋਂ ਆਪਣੇ ਕੋਲੇ ਜਿਹੜੀ ਆ ਆਪਾਂ ਐਗਜ਼ਾਮਪਲ ਲਈ ਸੀ ਕਿ 4 ਸਪੂਨ ਜਿਹੜੇ ਸੀਗੇ ਉਹ ਡਿਸੋਲਵ ਹੋ ਗਏ, ਬਟ 5ਵਾਂ ਸਪੂਨ ਜਿਹੜਾ ਸੀ ਉਹ ਡਿਸੋਲਵ ਨਹੀਂ ਹੋ ਰਿਹਾ, ਤਾਂ ਅਗਰ ਤੁਸੀਂ ਇਸ ਸੋਲਿਊਸ਼ਨ ਨੂੰ ਹੀਟ ਕਰ ਦੋਗੇ, ਗੈਸ ਤੇ ਰੱਖ ਦੋਗੇ, ਤਾਂ ਤੁਸੀਂ ਦੇਖੋਗੇ ਕਿ ਜਿਹੜਾ 5th ਸਪੂਨ ਪਹਿਲਾਂ ਡਿਸੋਲਵ ਨਹੀਂ ਹੋ ਰਿਹਾ ਸੀ ਉਹ ਵੀ ਕੀ ਹੋ ਜਾਊਗਾ ਡਿਸੋਲਵ ਹੋ ਜਾਊਗਾ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਕਿਸੇ ਸੈਚੂਰੇਟਡ ਸੋਲਿਊਸ਼ਨ ਨੂੰ ਆਪਾਂ ਹੀਟ ਕਰਦੇ ਆ ਤਾਂ ਉਹਦਾ ਸੈਚੂਰੇਸ਼ਨ ਲੈਵਲ ਇਨਕਰੀਜ਼ ਹੋ ਜਾਂਦਾ ਹੈ ਤੇ ਉਹਦੇ ਵਿੱਚ ਆਪਾਂ ਹੋਰ ਸੋਲਿਊਟ ਨੂੰ ਡਿਸੋਲਵ ਕਰ ਸਕਦੇ ਆ, ਐਂਡ that solution is known as the super saturated solution। ਠੀਕ ਹੈ ਬੇਟਾ, ਜਿਹੜਾ ਕਿ ਸੈਚੂਰੇਟਡ ਸੋਲਿਊਸ਼ਨ ਨੂੰ ਹੀਟ ਕਰਨ ਤੋਂ ਬਾਅਦ ਬਣਦਾ ਹੈ, that is known as the super saturated solution। so this is all about the true solution categories। ਠੀਕ ਹੈ, ਇਹ ਆਪਣੇ ਕੋਲੇ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਬਟ ਇੱਕ ਗੱਲ ਯਾਦ ਰੱਖਣੀ ਹੈ ਕਿ this is on the basis of the solubility। ਇਹ solubility ਦੇ ਬੇਸ ਤੇ ਹੁੰਦੀਆਂ ਨੇ। ਠੀਕ ਹੈ, ਹੋਰ ਤਰ੍ਹਾਂ ਨਾਲ ਆਪਾਂ ਜੇ ਕਲਾਸੀਫਾਈ ਕਰਾਂਗੇ ਤਾਂ ਉਹਦਾ ਜਿਹੜਾ ਬੇਸਿਸ ਹੋਊਗਾ ਉਹ ਬਿਲਕੁਲ ਡਿਫਰੈਂਟ ਹੋਊਗਾ। ਕਲੀਅਰ? ਹੁਣ ਆਪਣੇ ਕੋਲੇ ਅਗਲੀ ਜਿਹੜੀ ਕੈਟਾਗਰੀ ਹੈ ਬੇਟਾ ਉਹ ਕੋਲੋਇਡਸ ਦੀ ਰਹਿ ਗਈ। ਕੋਲੋਇਡਸ ਦੀ ਜਿਹੜੀ ਕੈਟਾਗਰੀ ਹੈ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ। ਟਿਲ ਦੈਨ ਇਸ ਲੈਕਚਰ ਨੂੰ ਪਲੀਜ਼ ਧਿਆਨ ਨਾਲ ਪੜਿਓ, ਦੈਟ ਇਜ਼ ਦ ਵੈਰੀ ਇੰਪੋਰਟੈਂਟ ਲੈਕਚਰ ਫॉर द एग्जाम पॉइंट ऑफ व्यू। ठीक है बेटा, नेक्स्ट लेक्चर में मिलते हैं। थैंक यू।